ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਈਵਨਿੰਗ एवरीवन, ਗੁੱਡ ਈਵਨਿੰਗ ਟੂ ਆਲ ਆਫ ਯੂ। ਕਿਵੇਂ ਹੋ ਸਾਰੇ? ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਦੇ ਉੱਪਰ, ਰਾਈਟ ਔਨ ਦੇ ਉੱਪਰ। ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ ਵੈਕਟਰ ਸਪੇਸ, ਜੋ ਕਿ ਆਪਣਾ ਚੈਪਟਰ ਨੰਬਰ 22 ਹੈ। ਕੱਲ ਕਿਸੇ ਕਾਰਨ ਕਰਕੇ ਜਿਹੜੀ ਆਪਣੀ ਕਲਾਸ ਹੈ ਉਹ ਕਿਤੇ ਨਾ ਕਿਤੇ ਰੁਕ ਗਈ ਸੀ, ਐਰਰ ਆ ਗਿਆ, ਕੋਈ ਪ੍ਰੋਬਲਮ ਆ ਗਈ ਸੀ। ਬਟ ਡੋਂਟ ਵਰੀ, ਅੱਜ ਦੀ ਕਲਾਸ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਹੋਏਗੀ, ਠੀਕ ਹੈ। ਸੋ ਅੱਜ ਦੀ ਕਲਾਸ ਆਪਣੀ ਹੈਗੀ ਹੈ ਜਿਹੜੀ ਕਿ 7 ਵਜੇ ਲੱਗਦੀ ਹੈ, ਰੋਜ਼ 7 ਵਜੇ ਲੱਗਦੀ ਹੈ, ਕੱਲ ਨੂੰ ਵੀ ਲੱਗੇਗੀ। ਸੋ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ, ਸਵਾਗਤ ਹੈ। ਵੈਕਟਰ ਸਪੇਸ ਦੇ ਵਿੱਚ ਆਪਾਂ ਕਿਹੜਾ ਟੌਪਿਕ ਕੰਟੀਨਿਊ ਕਰ ਰਹੇ ਸੀ? ਦੈਟ ਇਜ਼ ਲੀਨੀਅਰਲੀ ਡਿਪੈਂਡੈਂਟ ਐਂਡ ਇੰਡੀਪੈਂਡੈਂਟ। ਹੁਣ ਦੇਖੋ, ਲੀਨੀਅਰਲੀ ਡਿਪੈਂਡੈਂਟ ਤੇ ਇੰਡੀਪੈਂਡੈਂਟ ਕੀ ਹੁੰਦਾ ਹੈ ਤੇ ਆਪਾਂ ਇਸ ਨੂੰ ਕਿਵੇਂ ਪ੍ਰੂਫ ਕਰਨਾ ਹੁੰਦਾ ਹੈ, ਇਹ ਆਲਰੇਡੀ ਮੈਂ ਤੁਹਾਨੂੰ ਦੋ ਕਲਾਸਿਸ ਦੇ ਵਿੱਚ ਦੱਸ ਚੁੱਕੀ ਹਾਂ। ਕੱਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਚੁੱਕੀ ਸੀ ਔਰ ਉਸ ਤੋਂ ਪਿਛਲੀ ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਇਹਦੇ ਬਾਰੇ ਪ੍ਰੋਪਰਲੀ ਐਕਸਪਲੇਨ ਕੀਤਾ ਸੀ। ਸੋ ਇਹਦੇ ਬਾਰੇ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਮੈਂ ਤੁਹਾਨੂੰ ਇੱਥੇ ਕੰਟੀਨਿਊ ਕਰਾਂਗੀ ਕਿ ਐਗਜ਼ਾਮਪਲ ਦੇ ਨਾਲ। ਆਪਾਂ ਇੱਕ ਐਗਜ਼ਾਮਪਲ ਲਵਾਂਗੇ, ਐਗਜ਼ਾਮਪਲ ਦੇ ਨਾਲ ਸਮਝਾਂਗੇ ਵੀ ਕੀ ਹੁੰਦਾ ਲੀਨੀਅਰਲੀ ਡਿਪੈਂਡੈਂਟ ਤੇ ਕੀ ਹੁੰਦਾ ਲੀਨੀਅਰਲੀ ਇੰਡੀਪੈਂਡੈਂਟ। ਹੁਣ ਇਹ ਐਗਜ਼ਾਮਪਲ ਆਪਾਂ ਪ੍ਰੋਪਰਲੀ ਸੋਲਵ ਕਰਾਂਗੇ ਤਾਂ ਕਿ ਕੋਈ ਡਾਊਟ ਮਾਈਂਡ ਦੇ ਵਿੱਚ ਰਹੇ ਨਾ। ਸਭ ਤੋਂ ਪਹਿਲਾਂ ਮੈਨੂੰ ਲੈਟ ਕਰ ਲਓ, ਤਿੰਨ ਵੈਕਟਰਸ ਦਿੱਤੇ ਹੋਏ ਨੇ, ਦੈਟ ਇਜ਼ v1 ਦਿੱਤਾ ਹੋਇਆ ਹੈ, 2 3 4। ਸਭ ਤੋਂ ਪਹਿਲਾਂ ਤਾਂ ਆਡੀਓ ਵੀਡੀਓ ਜ਼ਰੂਰ ਦੱਸ ਦਿਓ ਜੀ, ਸਾਰਾ ਕੁਝ ਕਲੀਅਰ ਹੈ। ਐਂਡ ਮੈਕਸਿਮਮ ਸ਼ੇਅਰ ਕਰ ਦਿਓ, ਸਾਰੇ ਸਾਥੀ ਜੁੜ ਜਾਣ ਫਟਾਫਟ, ਠੀਕ ਹੈ ਜੀ। ਐਂਡ ਥਰਡ ਵੈਕਟਰ ਮੈਨੂੰ ਦਿੱਤਾ ਹੋਇਆ ਦੈਟ ਇਜ਼ 0 1 0। लास्ट बट नॉट द लीस्ट फोर्थ वैक्टर मैंने दिता हुआ दैट इज 0 0 एंड 1। ठीक है, हुण ਇਹਦੇ ਵਿੱਚ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਲੀਨੀਅਰ ਕੰਬੀਨੇਸ਼ਨ बनाना है। ਆਪਾਂ ਕੀ बनाना है? ਲੀਨੀਅਰ ਕੰਬੀਨੇਸ਼ਨ। तो सब ਤੋਂ ਪਹਿਲਾ ਕੰਮ ਆਪਣਾ ਕੀ ਹੋਏਗਾ? ਲੀਨੀਅਰ ਕੰਬੀਨੇਸ਼ਨ बनाना। ਲੀਨੀਅਰ ਕੰਬੀਨੇਸ਼ਨ ਬਣਾ ਲੈਂਦੇ ਆ ਜੀ, ਠੀਕ ਹੈ। ਹੁਣ ਇੱਥੇ ਮੈਨੂੰ ਜਿਹੜੇ ਵੈਕਟਰਸ ਦਿੱਤੇ ਹੋਏ ਨੇ ਉਹਨਾਂ ਦਾ ਲੀਨੀਅਰ ਕੰਬੀਨੇਸ਼ਨ ਬਣੂਗਾ ਕਿਵੇਂ, ਇਹ ਕੁਐਸਚਨ ਰੇਜ਼ ਹੋ ਜਾਂਦਾ ਹੈ। ਤਾਂ ਬੜਾ ਹੀ ਸਿੰਪਲ ਹੈ। ਦੇਖੋ ਆਪਾਂ ਨੇ अल्फा अल्फा 1 v1, अल्फा 2 v2, अल्फा 3 v3 एंड अल्फा 4 v4 इज इक्वल्स टू 0 रखना। ये जड़ी चीज है इनू विच आपां वैल्यूज नू पुट करना है और आफ्टर पुटिंग द वैल्यू आपने चीज चेक करनी है कि मेरे को कोई नॉन जीरो सोल्यूशन भी आ रहा है। सॉरी, अगर मेरे को कोई नॉन जीरो सोल्यूशन भी आ रहा है देन वी कैन से दैट कि हां जी जड़ी अपनी वैल्यूज ने वो किने लीनियरली डिपेंडेंट या इंडिपेंडेंट उस दे अकॉर्डिंग आप आंसर करांगे, ठीक है। सो रियल नंबर तो रियल नंबर दे विच दिता होया कोई भी वैल्यूज आप ले सकते हैं। हुण इस दे विच मैं कंसीडर कर रही हां अल्फा 1 दी वैल्यू लेट कर लो, मैंने 1 ले ली। अल्फा 2 दी वैल्यू लेट करो, मैंने -2 ले ली। अल्फा 3 दी वैल्यू लेट कर लो, मैंने -3 ले ली। अल्फा 4 दी वैल्यू लेट कर लो, मैंने -4 ले ली। ਤੁਸੀਂ ਕਹੋਗੇ ਮੈਮ ਤੁਸੀਂ ਇਹ ਵੈਲਿਊਜ਼ ਕਿਵੇਂ ਲੈ ਲਈਆਂ? ਮੈंने ਆਪਣੇ ਅਕੋਰਡਿੰਗ ਥੋੜਾ ਐਗਜ਼ਾਮਪਲ ਦੇ ਅਕੋਰਡਿੰਗ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜਦੋਂ ਪੇਪਰ 'ਚ ਕੁਐਸਚਨ ਆਉਂਦਾ ਉਦੋਂ ਕਿਵੇਂ ਕਰਨਾ ਤਾਂ ਇਹ ਵੀ ਜ਼ਰੂਰ ਦੱਸੂਗੀ, ਠੀਕ ਹੈ। ਸੋ ਜਦੋਂ ਅਲਫਾ 1 v1 ਕੀਤਾ ਮਤਲਬ 1 2 3 4 ਕੀਤਾ ਔਰ ਅਲਫਾ 2 ਮਤਲਬ -2 ਦੇ ਨਾਲ 1 0 0 ਕੀਤਾ, -3 ਦੇ ਨਾਲ 0 1 0 ਐਂਡ -4 ਦੇ ਨਾਲ 0 0 1 किता तो मेरे को की रिजल्ट आंदा? मेरे को आंदा 2 3 4 जिस दे विच मैंने ऐड कर देना है -2 0 0, उस दे विच ऐड कर देना है 0 -3 0, लास्ट बट नॉट द लीस्ट 0 0 -4। एम आई राइट और रॉन्ग? एम आई राइट और रॉन्ग? तो हुण इस दे विच मैंने सब दा ऐड करना, देखो x वाले अंश x वाले ऐड हो गए 0 आ गया, ठीक है। y वाले अंश विच y वाले ऐड हो गए देन 0 आ गया और z वाले अंश z वाले ऐड करेंगे देन 0 आ गया। मतलब मैं इत्थे की कर पा रही हां, एक एहो जिहा सॉल्यूशन लभ पा रही हां जिथे मेरे को अल्फा 1 अल्फा 2 अल्फा 3 एंड अल्फा 4 नॉट इक्वल टू 0 ने। मतलब आई एम एबल टू फाइंड द नॉन जीरो सोल्यूशन फॉर द अल्फा बीटा वैल्यूज जिहदे नाल मेरे को इक्वल टू 0 लीनियर कॉम्बिनेशन बन रहा है। सो हियर आई इजीली कैन से दैट कि मेरे जिहड़े ये वेक्टर्स ने दीज आर लीनियरली डिपेंडेंट। रिपीट कर रही हूं दोबारा, दीज आर लीनियरली डिपेंडेंट। नाउ वन मोर एग्जांपल, एक जिहदे विच लीनियरली इंडिपेंडेंट होणगे वो एग्जांपल भी ले लेने आ ताकि कोई ਆਪਾਂ ਨੂੰ डाउट माइंड ਦੇ ਵਿੱਚ ਰਹੇ ਨਾ, ठीक है। सो वन मोर एग्जांपल इज हियर, लेट ਮੈਨੂੰ ਕੀ ਦਿੱਤਾ ਹੋਇਆ? वेक्टर 1 ਦਿੱਤਾ ਹੋਇਆ which is 2 0 0 and वेक्टर 2 ਦਿੱਤਾ ਹੋਇਆ that is 0 3 0 and वेक्टर 3 ਦਿੱਤਾ ਹੋਇਆ that is 0 0 4। ਹੁਣ ਇਸ ਦੇ ਵਿੱਚ ਮੈਨੇ ਕੀ ਕਰਨਾ? ਪ੍ਰੂਫ ਕਰ। नाउ द क्वेश्चन इज की प्रूफ करना है ना। ਹੁਣ ਇਹਨੂੰ ਆਪਾਂ ਉਵੇਂ ਸੋਲਵ ਕਰਾਂਗੇ, ਕੋਸ਼ਿਸ਼ ਕਰਾਂਗੇ ਇਹਦਾ ਲੀਨੀਅਰ ਕੰਬੀਨੇਸ਼ਨ ਬਣਾਉਣ ਦੀ और लीनियर कॉम्बिनेशन बनाने तो बाद अपना एक ही काम है किवें ना किवें करके इसनु सॉल्व करना।
लो जी, अपने लीनियर कॉम्बिनेशन किਵੇਂ बनेगा अल्फा 1 b1 अल्फा 2 b2 अल्फा 3 b3 दैट इज इक्वल्स टू 0 ਇਹ ਚੀਜ਼ ਹੋਏਗੀ। ਹੁਣ ਇਸ ਤੋਂ ਬਾਅਦ ਥੋੜਾ ਜਿਹਾ ਅੱਗੇ ਚੱਲਦੇ ਆ, ਮੈਂ ਅਲਫਾ ਬੀਟਾ ਦੀਆਂ ਇਹੋ ਜਿਹੀਆਂ ਵੈਲਿਊਜ਼ ਲੈਣੀਆਂ ਜਿੱਥੇ ਮੇਰੇ ਕੋਲੇ ਨॉन ਜ਼ੀਰੋ ਇਹੋ ਜਿਹੀਆਂ ਵੈਲਿਊਜ਼ ਲੈਣੀਆਂ ਜਿੱਥੇ ਮੇਰੇ ਕੋਲ ਆਨਸਰ ਜ਼ੀਰੋ ਆ ਜਾਵੇ। ਠੀਕ ਹੈ, ਸੋ ਕੀ ਬਣਦਾ, ਚਲੋ ਹੁਣ ਇੱਥੇ ਆਪਾਂ ਅਲਫਾ ਬੀਟਾ ਦੀਆਂ ਵੈਲਿਊਜ਼ ਨਹੀਂ ਲੈਂਦੇ, ਬਿਨਾਂ ਵੈਲਿਊਜ਼ ਲਈ ਸੋਲਵ ਕਰਦੇ ਆ, ਕਿਉਂਕਿ ਤੁਹਾਡੇ ਮਾਈਂਡ 'ਚ ਇਹ ਪੱਕਾ ਆਇਆ ਹੋਊਗਾ ਕਿ ਮੈਮ ਸਾਨੂੰ ਕਿਵੇਂ ਪਤਾ ਲੱਗੂਗਾ ਉੱਥੇ ਇੰਨੀਆਂ ਸਾਰੀਆਂ ਵੈਲਿਊਜ਼ ਦੇ ਵਿੱਚੋਂ ਵੀ ਕਿਹੜੀ ਲਈਏ, दैट इज डिफिकल्ट। तो लो जी, अपन ने अल्फा 1 एज इट इज रख लिया, दैट इज 2 0 0, अल्फा 2 भी एज इट इज रख लिया, दैट इज 0 3 0, एंड अल्फा 3 भी एज इट इज रख लिया, दैट इज 0 0 4, और अंदर मल्टीप्लाई करके मेरे को कितना बनया 2 अल्फा 0 0 विच इज इक्वल्स टू 0 0 मतलब ट्रिपल 0। ठीक है, एंड इतने मेरे को कितना आ गया 0 3 अल्फा 2 एंड 0 0 4 अल्फा 3। ठीक है, क्लियर है। ਹੁਣ ਇਹਨਾਂ ਦੇ ਵਿੱਚ ਐਡ ਕਰ ਦੋ, दैट इज 2 अल्फा 1 3 अल्फा 2 एंड 4 अल्फा 3 ਤਾਂ ਇੱਕ ਵੈਕਟਰ ਮੇਰੇ ਕੋਲ ਬਣ ਗਿਆ, और ये वेक्टर किस दे इक्वल है 0 0 ਦੇ इक्वल है। here I just want to explain कि ਜਦੋਂ ਮੈਂ ਇਕੁਏਟ ਕਰਦੀ ਆ ਪਹਿਲੇ ਵੈਕਟਰ ਨੂੰ ਫਰਸਟ ਦੇ ਇਕੁਅਲ ਰੱਖਦੀ ਆ ਤਾਂ ਉੱਥੇ ਮੇਰੇ ਕੋਲ ਸਿਰਫ ਇੱਕ ਲੋਤੀ ਵੈਲਿਊ ਨਿਕਲ ਕੇ ਆਂਦੀ ਹੈ। you can also find the values like this, ਇਕੁਏਸ਼ਨਸ ਬਣਾਓ ਤੇ ਵੈਲਿਊਜ਼ ਫਾਈਂਡ ਕਰੋ, ਦੇਖੋ ਤੁਹਾਡੇ ਕੋਲ ਨॉन ਜ਼ੀਰੋ ਸੋਲੂਸ਼ਨ ਆਂਦਾ ਹੈ ਜਾਂ ਨਹੀਂ। ਇੱਥੇ ਮੇਰੇ ਕੋਲ ਕੀ ਆ ਰਿਹਾ ਹੈ, ਇੱਕ ਹੀ ਵੈਲਿਊ ਆ ਰਹੀ ਹੈ और वो वैल्यू भी ਕੀ ਆ ਰਹੀ ਹੈ 0 ਆ ਰਹੀ ਹੈ। ओके लेट्स फाइंड कि मेरे को होर कुछ आंदा या नहीं। 3 अल्फा 2 भी मेरे को 0 ਦੇ ਇਕੁਅਲ ਹੈ, ਇੱਥੋਂ ਵੀ अल्फा 2 ਦੀ ਵੈਲਿਊ 0 ਆ ਗਈ, एंड 4 अल्फा 3 भी मेरे को 0 ਦੇ ਇਕੁਅਲ ਹੈ, तो मेरे को थर्ड वेक्टर जो है वो भी 0 आ रहा। मतलब मेरे को 0 कदों बनूगा, उदों बनूगा ਜਦੋਂ ਮੇਰੇ ਕੋਲ ਤਿੰਨਾਂ ਦੀ ਵੈਲਿਊ 0 ਦੇ ਇਕੁਅਲ ਹੋਗੀ। I am not able to find any non-zero solution, मेरे को solution ਤਾਂ ਆਇਆ पर solution ਕਿਹੜਾ ਆਇਆ 0 solution ਹੀ ਆਇਆ। वेरी इजी वेरी सिंपल। तो ਹੁਣ ਇੱਥੇ ਮੇਰੇ ਕੋਲ ਕਿੰਨਾ ਆ ਗਿਆ ਲੀਨੀਅਰਲੀ ਡਿਪੈਂਡੈਂਟ ਨਾ ਹੋ ਕੇ ਇਹ ਕੀ ਹੋਏਗਾ ਲੀਨੀਅਰਲੀ ਇੰਡੀਪੈਂਡੈਂਟ ਹੋਏਗਾ। क्यों, क्योंकि लीनियरली इंडिपेंडेंट क्यों है, क्योंकि इत्थे आई एम नॉट एबल टू फाइंड द सॉल्यूशन जेड़ा कि जीरो ना होके भी कंडीशन नु सैटिस्फाई करे। समझ आया, लीनियरली डिपेंडेंट ते इंडिपेंडेंट सॉल्व किवें करने आ, फाइंड आउट किवें करने आ। ਹੁਣ ਇਹ ਮੈਂ ਤੁਹਾਨੂੰ ਅਗਰ ਕਹਾਂ ਕਿ ਇਹਨੂੰ ਆਪਾਂ ਬਹੁਤ ਈਜ਼ੀਲੀ ਵੀ ਕਰ ਸਕਦੇ ਆ, ਕਿਵੇਂ ਕਰ ਸਕਦੇ ਆ ਜੀ, ਦੇਖੋ ਦਿਸ ਇਜ਼ ਅ ਵੇ। ਜੇਕਰ ਤੁਹਾਡੇ ਕੋਲੇ ਇਹ ਤੁਸੀਂ ਤਰੀਕਾ ਉਦੋਂ ਯੂਜ਼ ਕਰਨਾ ਹੈ ਜਦੋਂ ਤੁਹਾਡੇ ਕੋਲੇ ਕਿਤੇ ਨਾ ਕਿਤੇ ਨੰਬਰ ਆਫ ਵੇਰੀਏਬਲਸ ਤੇ ਨੰਬਰ ਆਫ ਇਕੁਏਸ਼ਨਸ ਇਕੁਅਲ ਨਹੀਂ ਹੈਗੇ। ਮੈਂ ਵਿੱਚ ਨੰਬਰ ਆਫ ਵੇਰੀਏਬਲਸ ਤੇ ਨੰਬਰ ਆਫ ਇਕੁਏਸ਼ਨਸ ਕਿੱਥੋਂ ਆ ਗਏ, ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ, ਜਸਟ 1 ਮਿੰਟ ਦਾ ਵੇਟ ਕਰੋ। ਆਪਾਂ ਇਹ ਸਾਰੀ ਸਕਰੀਨ ਨੂੰ ਪਹਿਲਾਂ ਕਰਦੇ ਹਾਂ ਸਾਫ। ਠੀਕ ਹੈ, ਲੋ ਜੀ ਹੋ ਗਈ ਸਾਫ। ਹੁਣ ਇਹਦੇ ਵਿੱਚ ਆਪਾਂ ਮੈਂ ਤੁਹਾਨੂੰ ਕੀ ਕਹਿ ਰਹੀ ਸੀ, ਮੈਂ ਤੁਹਾਨੂੰ ਇਹ ਕਹਿ ਰਹੀ ਸੀ ਕਿ ਆਪਾਂ ਨੇ ਗੱਲ ਕਰਨੀ ਹੈ ਨੰਬਰ ਆਫ। ਹੁਣ ਇੱਥੇ ਮੈਂ ਦੇਖ ਰਹੀ ਹਾਂ ਮੇਰੇ ਕੋਲ ਨੰਬਰ ਆਫ ਵੈਕਟਰਸ ਕਿੰਨੇ ਆ, नंबर ऑफ वेरिएबल्स कितने हैं, नंबर ऑफ इक्वेशंस कितने हैं। ठीक है, तो कुल मिला के नंबर ऑफ एफ मान लो तो कुल मिला के मेरे को की होंगे 3 3 बन रहा है सिंपल वर्ड्स दे विच। इन्ना कंफ्यूज होने की भी जरूरत नहीं है, और भी ज्यादा सिंपल वर्ड्स दे विच ਜਦੋਂ ਮੈਂ ਇਹਨਾਂ ਨੂੰ ਇੱਕ ਡਿਟਰਮੀਨੈਂਟ ਇੱਕ ਮੈਟ੍ਰਿਕਸ ਦੇ ਫਾਰਮ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਇਹ ਮੇਰੇ ਕੋਲ ਇੱਕ ਸਕੁਅਰ ਮੈਟ੍ਰਿਕਸ ਬਣਨੇ ਚਾਹੀਦੇ ਨੇ। ਇਫ ਆਈ ਵਾਂਟ ਟੂ ਰਾਈਟ them in a matrices ਦਾ ਡਿਟਰਮੀਨੈਂਟ then ਇਹ ਮੇਰੇ ਕੋਲ ਕਿਹੜੀ ਮੈਟ੍ਰਿਸਸ ਬਣਨੇ ਚਾਹੀਦੇ ਨੇ ਜੀ, ਸਕੁਅਰ ਮੈਟ੍ਰਿਸਸ ਬਣਨੇ ਚਾਹੀਦੇ ਨੇ। ਮੈਮ ਐਵੇਂ ਕਿਉਂ, ਕਿਉਂਕਿ ਜੇਕਰ ਤੁਹਾਡੇ ਕੋਲੇ ਨੰਬਰ ਆਫ ਵੇਰੀਏਬਲਸ ਤੇ ਨੰਬਰ ਆਫ ਇਕੁਏਸ਼ਨਸ ਸੇਮ ਨੇ ਇਕੁਅਲ ਨੇ, in that case ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰੇ ਕੋਲ ਜਿਹੜਾ ਡਿਟਰਮੀਨੈਂਟ ਹੈ ਉਹ ਸਕੁਅਰ ਮੈਟ੍ਰਿਕਸ ਦਾ ਕੱਢਿਆ ਜਾ ਸਕਦਾ ਹੈ। ਡਿਟਰਮੀਨੈਂਟ ਕਿੱਥੋਂ ਆ ਗਿਆ, ਦੇਖੋ ਜਦੋਂ ਤੁਸੀਂ ਡਿਟਰਮੀਨੈਂਟ ਕੱਢੋਗੇ ਤੁਹਾਡੇ ਕੋਲ ਦੋ ਹੀ ਰਿਜ਼ਲਟ ਆਣਗੇ, ਜਾਂ ਤੁਹਾਡਾ ਡਿਟਰਮੀਨੈਂਟ ਇਕੁਅਲ ਟੂ 0 ਹੋਏਗਾ ਜਾਂ ਫਿਰ ਤੁਹਾਡਾ ਡਿਟਰਮੀਨੈਂਟ not equal to 0 ਹੋਏਗਾ। ਰਿਪੀਟ ਕਰ ਦਿੰਦੀ ਹਾਂ, ਜਾਂ ਫਿਰ ਤੁਹਾਡਾ ਡਿਟਰਮੀਨੈਂਟ ਇਕੁਅਲ ਟੂ 0 ਹੈ ਜਾਂ ਫਿਰ ਤੁਹਾਡਾ ਡਿਟਰਮੀਨੈਂਟ not equal to 0 ਹੈ। in that case ਜੇਕਰ ਤੁਹਾਡਾ ਡਿਟਰਮੀਨੈਂਟ ਇਕੁਅਲ ਟੂ 0 ਹੈ you can say my vectors are linearly dependent। if my solution is not equal to 0 then linearly independent। ਚੱਕਰ ਹੀ ਨਹੀਂ ਕੋਈ। ਤਾਂ most probably ਇਹੀ क्वेश्चन ਆਂਦਾ ਹੈ, most probably ਇਹੀ क्वेश्चन ਆਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਇਸ ਟਾਈਪ ਦਾ क्वेश्चन ਹੈ ਜੇ ਮਤਲਬ given एग्जामिनर एग्जाम देने वाले ਨੂੰ ਇੰਨੀ ਨੌਲੇਜ ਹੈਗੀ ਹੈ ਕਿ ਕਿਵੇਂ ਲੀਨੀਅਰਲੀ ਡਿਪੈਂਡੈਂਟ ਜਾਂ ਇੰਡੀਪੈਂਡੈਂਟ ਫਾਈਂਡ ਕਰਨਾ ਹੈ ਤਾਂ ਉਹ ਚੁਟਕੀਆਂ ਦੇ ਵਿੱਚ ਕਰ ਸਕਦਾ ਹੈ ਡਿਟਰਮੀਨੈਂਟ ਫਾਈਂਡ ਆਊਟ ਕਰਕੇ, ਹੈ ਨਾ। ਤਾਂ ਮਤਲਬ ਟੌਪਿਕ ਡਿਪੈਂਡੈਂਟ ਇੰਡੀਪੈਂਡੈਂਟ ਦਾ, ਬਟ ਇੱਥੇ ਜਿਹੜਾ ਕੰਮ ਹੈ ਉਹ ਮੈਟ੍ਰਿਸਸ ਦਾ ਹੋ ਰਿਹਾ। ਠੀਕ ਹੈ, ਤੁਸੀਂ ਇਹਦੇ ਵਿੱਚ ਦੇਖੋਗੇ देयर इज नो डाउट not equal to 0 ਆ ਗਿਆ। ਹੁਣ ਤੁਸੀਂ ਕਹੋਗੇ ਮੈਮ ਡਿਟਰਮੀਨੈਂਟ ਵੀ ਤਾਂ ਕੱਢਣਾ ਪੈਣਾ ਹੈ, ਤਾਂ ਮੈਟ੍ਰਿਸਸ ਦੇ ਵਿੱਚ ਆਪਾਂ ਪੜਿਆ ਸੀ ਇਫ ਆਈ ਹੈਵ ਅ ਮੈਟ੍ਰਿਸਸ ਜਿਹੜੀ ਕਿ ਡਾਇਗੋਨਲ ਮੈਟ੍ਰਿਕਸ ਹੈ। ਹੁਣ ਡਾਇਗੋਨਲ ਮੈਟ੍ਰਿਕਸ ਕਿਹੜੀ ਹੁੰਦੀ ਹੈ, ਜਿਹਦੇ ਸਿਰਫ ਆਹੀ ਐਲੀਮੈਂਟਸ ਹੁੰਦੇ ਨੇ, ਤਾਂ ਇਹਦਾ ਡਿਟਰਮੀਨੈਂਟ ਕੱਢਣ ਦਾ ਤਰੀਕਾ ਕੀ ਹੁੰਦਾ, ਸਾਰੇ ਐਲੀਮੈਂਟਸ ਦੀ ਮਲਟੀਪਲਾਈ ਕਰਨੀ। ਸੋ 2
3 and 4 that is equals to 24 है ना 24 which is not equal to 0 तो मेरा जो solution है that is also linearly independent समझ आया बहुत सौखा है बिल्कुल भी मुश्किल ਇਹਦੇ ਵਿੱਚ ਕੁਝ ਨਹੀਂ ਹੈਗਾ ਸਟਿਲ ਕਿਤੇ ਵੀ ਕਿਸੇ ਵੀ ਸਾਥੀ ਨੂੰ ਕੋਈ ਵੀ ਡਾਊਟ ਹੈ ਲੀਨੀਅਰ ਡਿਪੈਂਡੈਂਟ ਇੰਡੀਪੈਂਡੈਂਟ ਦੇ ਵਿੱਚ ਤਾਂ ਉਹ ਪੁੱਛ ਸਕਦਾ ਹੈ ਅਗਰ ਤੁਸੀਂ ਕਹੋ ਮੈਮ ਐਵੇਂ ਦੀ ਕੋਈ ਮੈਟ੍ਰਿਸਿਸ ਬਣੇ ਜਿਹਦੇ ਵਿੱਚ ਮੈਨੂੰ ਲਾਈਕ ਐਵੇਂ ਦਿੱਤਾ ਹੋਵੇ ਜਿਹਦੇ ਵਿੱਚ ਨੰਬਰ ਆਫ ਵੇਰੀਏਬਲਸ ਨਾ ਹੋਣ ਇਕੁਅਲ ਨੰਬਰ ਆਫ ਇਕੁਏਸ਼ਨਸ ਦੇ ਤਾਂ ਉੱਥੇ ਤੁਹਾਨੂੰ ਉਹੀ ਬੇਸਿਕ ਮੈਥਡ ਲਗਾਉਣਾ ਪਏਗਾ ਜਿਹੜਾ ਬੇਸਿਕ ਮੈਥਡ ਆਪਾਂ ਸਿੱਖਿਆ ਹੈ that is must ਠੀਕ ਹੈ ਓਕੇ ਹੈ ਚਲੋ ਹੁਣ ਜਦੋਂ ਇਹ ਚੀਜ਼ਾਂ ਕਲੀਅਰ ਹੋ ਗਈਆਂ ਤਾਂ ਥੋੜਾ ਜਿਹਾ ਹੋਰ ਅੱਗੇ ਵਧਦੇ ਹਾਂ ਦੇਖੋ ਮੈਟ੍ਰਿਸਿਸ ਦਾ ਥੋੜਾ ਜਿਹਾ ਕਨਸੈਪਟ ਮੈਂ ਤੁਹਾਨੂੰ ਮੈਟ੍ਰਿਸਿਸ ਦੇ ਵਿੱਚ ਲੈ ਜਾ ਕੇ ਤੁਹਾਡੇ ਕੋਲ ਕਲੀਅਰ ਕਰ ਦਿੰਦਾ ਕਿ ਕੀ ਚੀਜ਼ਾਂ ਹੁੰਦੀਆਂ ਹਨਾ ਮੈਟ੍ਰਿਸਿਸ ਦੇ ਵਿੱਚ ਜਦੋਂ ਆਪਾਂ ਡਿਟਰਮੀਨੈਂਟ ਕੱਢਦੇ ਸੀ ਦੇਖੋ ਦਿਸ ਇਜ਼ ਡਿਟਰਮੀਨੈਂਟ ਜਾਂ ਤਾਂ ਇਕੁਅਲ ਟੂ 0 ਆਏਗਾ ਜਾਂ ਫਿਰ ਨਾਟ ਇਕੁਅਲ ਟੂ 0 ਆਏਗਾ ਠੀਕ ਹੈ ਜਦੋਂ ਡਿਟਰਮੀਨੈਂਟ ਨਾਟ ਇਕੁਅਲ ਟੂ 0 ਹੁੰਦਾ ਹੈ ਠੀਕ ਹੈ ਹੁਣ ਦੇਖੋ ਆਪਾਂ ਅਲਫਾ ਬੀਟਾ ਗਾਮਾ ਦੀ ਇੱਕ ਵਾਰੀ ਵੈਲਿਊ ਕੱਢ ਰਹੇ ਹਾਂ ਅਲਫਾ 1 ਅਲਫਾ 2 ਅਲਫਾ 3 ਦੀ ਤਾਂ ਤੁਹਾਡੇ ਕੋਲ ਕਿਹੜੇ ਕਿਹੜੇ ਕੇਸਿਸ ਬਣ ਰਹੇ ਨੇ ਤੁਸੀਂ ਕਹਿ ਰਹੇ ਹੋ ਮੈਮ ਅਲਫਾ 1 ਅਲਫਾ 2 ਅਲਫਾ 3 ਦੀਆਂ ਵੈਲਿਊਜ਼ ਕੱਢਣੀਆਂ ਨੇ ਜੇ ਤਾਂ ਇਹ ਵੈਲਿਊਜ਼ ਇਕੁਅਲ ਟੂ 0 ਆ ਗਈਆਂ ਜੇਕਰ ਇਹ ਵੈਲਿਊਜ਼ ਨਾਟ ਇਕੁਅਲ ਟੂ 0 ਆ ਗਈਆਂ ਹੁਣ ਜੇਕਰ ਤਾਂ 0 ਆ ਰਹੀਆਂ ਨੇ ਮਤਲਬ 0 ਤਾਂ ਆਣਗੀਆਂ ਹੀ ਆਣਗੀਆਂ ਹੋਰ ਕੋਈ ਕੇਸ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਮਤਲਬ ਹੋਰ ਕੋਈ ਨॉन ਜ਼ੀਰੋ ਸੋਲੂਸ਼ਨ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਉੱਥੇ ਤੁਸੀਂ ਕਹੋਗੇ ਵੀ ਇੱਕੋ ਹੀ ਸੋਲੂਸ਼ਨ ਹੈ ਮੇਰੇ ਕੋਲੇ ਔਰ ਇੱਕ ਸੋਲੂਸ਼ਨ ਕਿਹੜਾ ਵੀ 000 ਵੈਲਿਊਜ਼ ਮੇਰੇ ਕੋਲ ਆ ਰਹੀਆਂ ਨੇ ਤਾਂ ਮਤਲਬ ਇੱਥੇ ਮੇਰੇ ਕੋਲ ਕੀ ਹੈ ਜੀ यूनिक सोल्यूशन है इत्थे मेरे को की है यूनिक सोल्यूशन है जिथे मेरे को सिर्फ यूनिक ट्राइबल सोल्यूशन बन रहा है ट्राइबल सोल्यूशन केड़ा बन रहा है कि मेरे को तिना दी वैल्यू 0 आ रही है और कुछ आ ही नहीं रहा बट इफ आई एम सेइंग कि मेरे को 0 तो आएगा ही आएगा वो तो कोई डाउट है ही नहीं नाल नाल मेरे को कुछ नॉन जीरो सोल्यूशंस भी आ रहे हैं ਜਿਹਦੇ ਵਿੱਚ ਮੈਂ ਲੀਨੀਅਰ ਕੰਬੀਨੇਸ਼ਨ ਨੂੰ 0 ਬਣਾ ਪਾ ਰਹੀ ਹਾਂ ਮਤਲਬ ਲੀਨੀਅਰ ਡਿਪੈਂਡੈਂਟ ਹੋ ਰਿਹਾ ਹੈ ਤਾਂ ਉੱਥੇ ਮੇਰੇ ਕੋਲ ਕੀ ਹੋਏਗਾ ਇਨਫਿਨਾਈਟ ਮੈਨੀ ਸੋਲੂਸ਼ਨਸ ਹੋਣਗੇ ਇੱਥੇ ਮੇਰੇ ਕੋਲ ਕੀ ਹੋਏਗਾ ਇਨਫਿਨਾਈਟ ਮੈਨੀ ਸੋਲੂਸ਼ਨਸ ਹੋਣਗੇ ਕਿਉਂਕਿ ਇਹਦੇ ਵਿੱਚ ਮੈਨੂੰ ਮੋਰ ਦੈਨ ਵਨ ਜਿਹੜੇ ਸੋਲੂਸ਼ਨਸ ਨੇ ਉਹ ਮਿਲ ਰਹੇ ਨੇ ਠੀਕ ਹੈ ਹੁਣ ਇਨਫਿਨਾਈਟ ਮੈਨੀ ਸੋਲੂਸ਼ਨਸ ਨੇ ਜਿਹੜੇ ਉਹ ਕਦੋਂ ਹੁੰਦੇ ਨੇ ਜੀ ਐਨੀਬਡੀ ਕੋਈ ਦੱਸ ਸਕਦਾ ਇਨਫਿਨਾਈਟ ਮੈਨੀ ਸੋਲੂਸ਼ਨਸ ਕਦੋਂ ਹੁੰਦੇ ਨੇ ਤੇ ਯੂਨੀਕ ਸੋਲੂਸ਼ਨ ਕਦੋਂ ਹੁੰਦਾ ਹੈ ਯੂਨੀਕ ਸੋਲੂਸ਼ਨ ਤਾਂ ਉਦੋਂ ਹੁੰਦਾ ਜਦੋਂ ਤੁਹਾਡਾ ਜਿਹੜਾ ਡਿਟਰਮੀਨੈਂਟ ਹੈ ਇਹ ਮੇਰੇ ਕੋਲ ਕੀ ਹੋਏਗਾ not equal to 0 ਹੋਏਗਾ ਮਤਲਬ ਇਸ ਕੇਸ ਦੇ ਵਿੱਚ ਤੁਹਾਡੇ ਕੋਲ ਕੀ ਹੋਏਗਾ ਲੀਨੀਅਰਲੀ ਇੰਡੀਪੈਂਡੈਂਟ ਜਦੋਂ ਮੇਰੇ ਕੋਲ ਡਿਟਰਮੀਨੈਂਟ 0 ਨਹੀਂ ਹੈਗਾ ਯਾਦ ਹੋਵੇ ਤੁਹਾਡੇ ਮਤਲਬ ਮੈਥਡ ਪੜਿਆ ਸੀ ਆਪਾਂ x ਦੀ ਵੈਲਿਊ ਕੱਢਦੇ ਹੁੰਦੇ ਸੀ ਆਪਾਂ a1 ਡਿਵਾਈਡ ਬਾਈ ਮੈਟ੍ਰਿਸਿਸ ਦਾ ਡਿਟਰਮੀਨੈਂਟ ਰਾਈਟ ਤਾਂ ਫਿਰ ਆਪਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਸੀ ਕਿ ਮੇਰਾ ਡਿਟਰਮੀਨੈਂਟ 0 ਨਾ ਆਵੇ ਤਾਂ ਕਿ ਮੇਰਾ ਜਿਹੜਾ ਸੋਲੂਸ਼ਨ ਆ ਨਿਕਲ ਜਾਵੇ ਹੈਨਾ ਤਾਂ ਉੱਥੇ ਕੀ ਹੁੰਦਾ ਸੀ ਯੂਨੀਕ ਸੋਲੂਸ਼ਨ ਨਿਕਲਦਾ ਸੀ ਤਾਂ ਉਹੀ ਹੈ ਜਦੋਂ ਤੁਹਾਡੇ ਕੋਲ ਡਿਟਰਮੀਨੈਂਟ ਨਾਟ ਇਕੁਅਲ ਟੂ 0 ਹੋਏਗਾ ਤਾਂ ਉੱਥੇ ਤੁਹਾਡਾ ਲੀਨੀਅਰ ਇੰਡੀਪੈਂਡੈਂਟ ਮੀਨਸ ਯੂਨੀਕ ਸੋਲੂਸ਼ਨ ਮਤਲਬ ਇਕਲੌਤਾ ਸੋਲੂਸ਼ਨ ਦੈਟ ਇਜ਼ ਤਿੰਨਾਂ ਦੀ ਵੈਲਿਊ 0 ਆ ਜਾਏਗੀ ਬਹੁਤ ਡੀਪਲੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਉਮੀਦ ਕਰਦੀ ਹਾਂ ਹੋਏਗਾ ਵੀ ਔਰ ਅਗਰ ਨਹੀਂ ਹੁੰਦਾ ਤਾਂ ਦੁਬਾਰਾ ਸੁਣ ਲਿਆ ਜੇ ਵੀਡੀਓ ਨੂੰ ਜ਼ਰੂਰ ਹੋ ਜਾਊਗਾ Second, अगर आप गल करिए when your determinant is equals to 0 then you can say that कि linearly dependent है क्योंकि इस केस ਦੇ ਵਿੱਚ ਤੁਹਾਡੇ ਕੋਲ more options ਨੇ ਜਿਹੜੀਆਂ ਉਹ ਆ ਜਾਂਦੀਆਂ ਨੇ determinant equal to 0 ਹੋ ਜਾਂਦਾ ਤੇ ਜਿਹੜੇ solutions ਨੇ ਉਹ ਤੁਹਾਨੂੰ non zero ਮਿਲ ਜਾਂਦੇ ਨੇ ਸਮਝ ਆਇਆ ਕਲੀਅਰ ਹੋਇਆ आई विश ਇਹ ਜਿਹੜਾ ਛੋਟਾ ਜਿਹਾ ਇੰਪੋਰਟੈਂਟ ਜਿਹਾ ਟੌਪਿਕ ਸੀ ਮੈਟ੍ਰਿਸਿਸ ਨਾਲ ਰਿਲੇਟ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਉਹ ਤੁਹਾਨੂੰ ਸਮਝ ਆਇਆ ਹੋਊਗਾ ਕਿ ਤੁਸੀਂ ਸੋਚੋ ਕਿ ਮੈਟ੍ਰਿਸਿਸ ਵਿੱਚ ਕਿੱਥੋਂ ਆ ਗਈ ਤਾਂ ਐਵੇਂ ਕਰਕੇ ਆ ਗਈ ਜੀ ਠੀਕ ਹੈ ਹੁਣ ਆਪਾਂ ਡਿਪੈਂਡੈਂਟ ਤੇ ਇੰਡੀਪੈਂਡੈਂਟ ਦੇ ਕੁਝ ਰਿਜ਼ਲਟਸ ਨੇ ਉਹਨਾਂ ਰਿਜ਼ਲਟਸ ਨੂੰ ਪ੍ਰੋਪਰਲੀ ਕਲੀਅਰ ਕਰ ਲੈਣੇ ਆ ਤੁਹਾਡੀ ਬੁੱਕ ਦੇ ਵਿੱਚ ਰਿਜ਼ਲਟ ਦਿੱਤੇ ਹੋਏ ਨੇ ਠੀਕ ਹੈ ਤੇ ਉਹਨਾਂ ਨੂੰ ਆਪਾਂ ਹੁਣ ਸਮਝ ਲੈਣੇ ਆ ਦੇਖੋ ਜੀ ਐਵਰੀ ਨੋਨ ਜ਼ੀਰੋ ਮੈਂ ਸਭ ਤੋਂ ਪਹਿਲਾਂ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਲਿਖ ਰਹੀ ਹਾਂ ਐਵਰੀ ਨੋਨ ਜ਼ੀਰੋ singleton subset of V is linearly independent over F ਤਾਂ ਹੁਣ ਇਹਦਾ ਮਤਲਬ ਕੀ ਹੋ ਗਿਆ ਦੇਖੋ ਬਹੁਤ ਸਿੰਪਲ ਹੈ linearly independent ਕਦੋਂ ਹੁੰਦਾ ਹੈ linearly independent ਉਦੋਂ ਹੁੰਦਾ ਹੈ ਜਦੋਂ ਤੁਹਾਡਾ ਜਿਹੜਾ ਲੀਨੀਅਰ ਕੰਬੀਨੇਸ਼ਨ ਹੈ ਉਹ ਮੇਰੇ ਕੋਲ ਕੀ ਹੋਵੇ ਸਿਰਫ ਤੇ ਸਿਰਫ ਇਕੁਅਲ ਟੂ 0 ਹੋਵੇ ਜਦੋਂ ਮੇਰੇ ਕੋਲ ਅਲਫਾ ਬੀਟਾ ਵਗੈਰਾ ਦੀਆਂ ਸਾਰੀਆਂ ਵੈਲਿਊਜ਼ ਸਿਰਫ ਇੱਕ ਹੀ ਸੋਲੂਸ਼ਨ ਦੇਣ
ਜ਼ੀਰੋ ਸੋਲੂਸ਼ਨ ਦੇ। ਹੁਣ ਇੱਥੇ ਮੈਂ ਬਾਰ-ਬਾਰ ਕਿਉਂ ਬੋਲ ਰਹੀ ਹਾਂ? ਦ ਰੀਜ਼ਨ ਬਿਹਾਈਂਡ ਤੁਹਾਨੂੰ ਯਾਦ ਹੋ ਜਾਊਗਾ। ਹੁਣ ਇੱਥੇ ਕੀ ਹੈ? ਸਿੰਗਲਟਨ ਸਬਸੈਟ। ਸਿੰਗਲਟਨ ਸਬਸੈਟ ਦਾ ਮਤਲਬ ਆਈ ਹੈਵ ਅ ਸਬਸੈਟ ਜਿਸ ਦੇ ਵਿੱਚ ਸਿਰਫ ਇੱਕ ਹੀ ਐਲੀਮੈਂਟ ਹੈ। ਹੁਣ ਜੇਕਰ ਤੁਸੀਂ ਮੈਟ੍ਰਿਕਸ ਦੀ ਵੀ ਗੱਲ ਕਰੋ ਜਿਹਦੇ ਵਿੱਚ ਇੱਕ ਹੀ ਹੈ, ਫॉर एग्जांपल ਦਿਸ ਇਜ਼ ਅ ਮੈਟ੍ਰਿਕਸ, ਔਰ ਇਹਦਾ ਤੁਸੀਂ ਡਿਟਰਮੀਨੈਂਟ ਕੱਢਣ ਦੀ ਕੋਸ਼ਿਸ਼ ਕਰੋਗੇ that is not equal to 0। ਔਰ ਜਦੋਂ ਡਿਟਰਮੀਨੈਂਟ, ਸੌਰੀ not about ਡਿਟਰਮੀਨੈਂਟ, ਰੁਕੋ, ਡਿਟਰਮੀਨੈਂਟ ਦੇ ਵਿੱਚ ਨਹੀਂ ਲੈ ਕੇ ਚੱਲਾਂਗੇ। ਹਾਂਜੀ, ਤੇ ਜਦੋਂ ਮੇਰੇ ਕੋਲ ਸਬਸੈਟ ਦਿੱਤਾ ਹੋਇਆ ਹੈ, ਸਬਸੈਟ ਦੇ ਵਿੱਚ ਐਲੀਮੈਂਟ ਹੀ ਇੱਕ ਹੈ, ਤਾਂ ਇਹਦੇ ਵਿੱਚ ਜਿਹੜਾ ਲੀਨੀਅਰ ਕੰਬੀਨੇਸ਼ਨ ਹੈ ਉਹ 110% ਮੇਰੇ ਕੋਲ ਕੀ ਬਣੇਗਾ? ਦੱਸੋ ਜੀ, ਆਪਾਂ ਨੇ ਕੀ ਪ੍ਰੂਫ ਕਰਨਾ ਹੈ? ਲੀਨੀਅਰਲੀ ਇੰਡੀਪੈਂਡੈਂਟ ਹੋਏਗਾ। ਤਾਂ ਮਤਲਬ ਮੇਰੇ ਕੋਲ ਸਿਰਫ ਇਕਲੌਤਾ ਇਹੀ ਸੋਲੂਸ਼ਨ ਹੈ ਕਿ ਜਦੋਂ ਤੁਸੀਂ ਵੈਲਿਊ ਨੂੰ 0 ਪੁੱਟ ਕਰੋਗੇ ਤਾਂ ਹੀ ਤੁਹਾਡੇ ਕੋਲੇ 0 ਆਊਗਾ। ਕਿਉਂਕਿ ਜੇਕਰ ਤੁਸੀਂ ਕੋਈ ਵੀ ਵੈਲਿਊ ਹੈ, ਮਤਲਬ ਇਹ ਮੇਰੇ ਕੋਲ ਇੱਕ ਵੈਕਟਰ ਦੀ ਹੀ ਵੈਲਿਊ ਨਿਕਲੂਗੀ ਕਿਉਂਕਿ ਇੱਕੋ ਹੀ ਐਲੀਮੈਂਟ ਹੈ, ਇਹ ਮੈंने 0 ਦੇ ਇਕੁਅਲ ਕਰਨਾ ਹੈ। ਹੁਣ ਇਹ 0 ਦੇ ਇਕੁਅਲ ਕਦੋਂ ਹੋਏਗਾ? ਤੁਸੀਂ ਆਪ ਸੋਚ ਕੇ ਦੇਖੋ, ਮੇਰੇ ਕੋਲ ਇਹ ਸਿੰਗਲਟਨ ਐਲੀਮੈਂਟ ਹੈ ਤਾਂ ਉਹਦਾ ਲੀਨੀਅਰ ਕੰਬੀਨੇਸ਼ਨ ਇੱਕ ਨਾਲ ਹੀ ਬਣੂਗਾ। ਹੁਣ ਇਸ ਇੱਕ ਦੇ ਵਿੱਚ ਕਦੋਂ 0 ਹੋਊਗਾ? ਉਦੋਂ 0 ਹੋਏਗਾ ਜਦੋਂ ਨॉन ਜ਼ੀਰੋ ਸਿੰਗਲਟਨ ਸਬਸੈਟ ਆਫ V ਇਜ਼ ਲੀਨੀਅਰਲੀ ਇੰਡੀਪੈਂਡੈਂਟ, ਮਤਲਬ ਆਟੋਮੈਟਿਕਲੀ ਆਪਣੇ ਕੋਲ ਇਸ ਦੀ ਵੈਲਿਊ 0 ਆ ਹੀ ਜਾਏਗੀ ਕਿਉਂਕਿ ਇਹ ਤਾਂ ਨॉन ਜ਼ੀਰੋ ਹੈ, ਮੈਨੂੰ ਗਿਵਨ ਹੈ। ठीक है, समझ आया? तो ये जो 0 हो गया, एक कोई सोल्यूशन आ गया, तो मतलब ये मेरे को की आ गया। हाँ जी, तो मतलब ये मेरे को की आ गया, ये मेरे को आ गया लीनियरली इंडिपेंडेंट। सब तो पहले जरा सीगा, उम्मीद करती हूँ समझ आया होगा कि एवरी जरा सबसेट हैगा वो मेरे को की होएगा नॉन जीरो दा लीनियरली इंडिपेंडेंट होएगा, केड़ा? सिंगलटन। ठीक है, हाँ जी। सो सेकंड वन इज एवरी सेट containing only zero vector is linearly dependent over f। ठीक है, every set containing only zero vector is, if zero vector ही contain करता है ਜਿਹੜਾ ਕੀ ਹੋਏਗਾ? ਲੀਨੀਅਰ ਡਿਪੈਂਡੈਂਟ ਹੋਏਗਾ ਓਵਰ f। ਹੁਣ ਇਹਦੇ ਵਿੱਚ ਕੀ ਹੈ? ਜਿਹਦੇ ਵਿੱਚ ਜ਼ੀਰੋ ਵੈਕਟਰ ਹੈ। ਹੁਣ ਅਗਰ ਮੇਰੇ ਕੋਲ ਇੱਕ ਸੈੱਟ ਹੈ ਜਿਸ ਦੇ ਵਿੱਚ ਇੱਕੋ ਹੀ ਵੈਕਟਰ ਹੈ that is ਜ਼ੀਰੋ, ਔਰ ਮੈਂ ਤੁਹਾਨੂੰ ਉਹਦਾ ਲੀਨੀਅਰ ਕੰਬੀਨੇਸ਼ਨ ਬਣਾਉਣ ਲਈ ਕਹਿ ਰਹੀ ਹਾਂ, ਤਾਂ ਇਸ ਕੇਸ ਦੇ ਵਿੱਚ ਇਟ ਇਜ਼ ਵੈਰੀ ਵੈਰੀ 110% ਸ਼ੋਰਟੀ ਹੈ ਕਿ ਇਹ ਜ਼ੀਰੋ ਹੈ ਤਾਂ ਕਰਕੇ ਜ਼ੀਰੋ ਆਇਆ। ਹੁਣ ਇਹਦੀ ਵੈਲਿਊ ਜ਼ੀਰੋ ਹੋ ਵੀ ਸਕਦੀ ਹੈ, ਜ਼ੀਰੋ ਨਹੀਂ ਵੀ ਹੋ ਸਕਦੀ, ਇਫੈਕਟ ਨਹੀਂ ਕਰਦੀ ਕਿਉਂਕਿ ਉਹਨੂੰ ਅਗਰ ਜ਼ੀਰੋ ਨਾਲ ਮਲਟੀਪਲਾਈ ਕਰੋਗੇ ਤਾਂ ਜ਼ੀਰੋ ਆਊਗਾ। ਤਾਂ ਇਹ ਮੇਰੇ ਕੋਲ ਕੀ ਹੋ ਜਾਂਦਾ ਹੈ? ਡਿਪੈਂਡੈਂਟ ਹੋ ਜਾਂਦਾ ਹੈ। ਤਾਂ ਮਤਲਬ ਓਨਲੀ ਜ਼ੀਰੋ ਵੈਕਟਰ ਹਮੇਸ਼ਾ ਕੀ ਹੋਇਆ ਕਰੇਗਾ? ਲੀਨੀਅਰਲੀ ਡਿਪੈਂਡੈਂਟ ਹੋਇਆ ਕਰੇਗਾ। ਸੋ ਇਹ ਮੈਂ ਤੁਹਾਨੂੰ ਐਕਸਪਲੇਨ ਇਸ ਲਈ ਕਰ ਰਹੀ ਹਾਂ ਤਾਂ ਕਿ ਤੁਸੀਂ ਭੁੱਲੋ ਨਾ। ਠੀਕ ਹੈ, ਥਰਡ ਵਨ ਮੇਰੇ ਕੋਲ ਕੀ ਹੈ? ਐਨੀ subset S of V is linearly independent, then it cannot contain zero vector। हाँ जी, की दिता होया एनी सबसेट S of B। अगर मैंने B का कोई भी एक सबसेट दिता होया, लेट दिस इज कोई भी B वेक्टर है, तो मैं एक छोटा सा हिस्सा ले रही हूं, इसका सबसेट ले रही हूं, और ये सबसेट मेरे को की निकल के आ गया? लीनियरली इंडिपेंडेंट निकल के आ गया। लीनियरली इंडिपेंडेंट का मतलब की है कि मेरे को की आ रहा है? सोल्यूशन, कोई सोल्यूशन आ रहा है, यूनिक सोल्यूशन आ रहा है। यूनिक सोल्यूशन केड़ा होगा कि अल्फा 1 अल्फा 2 अल्फा 3 एंड अप टू सो ऑन ਦੇ ਵਿੱਚ ਇਹਨਾਂ ਦੀ ਵੈਲਿਊ ਜੋ ਹੈ ਉਹ ਮੇਰੇ ਕੋਲ 0 ਹੋਊਗੀ। ਇਹੀ ਹੈ ਨਾ, ਇਹਨਾਂ ਦੀ ਵੈਲਿਊ ਜੋ ਹੈ ਉਹ ਮੇਰੇ ਕੋਲ ਕੀ ਹੋਏਗੀ? 0 ਹੋਏਗੀ। ਤਾਂ ਹੀ ਮੇਰੇ ਕੋਲ ਇਹ ਲੀਨੀਅਰ ਡਿਪੈਂਡੈਂਟ ਬਣੇ ਨੇ। ਦੇ ਸੈਟ ਕਿ ਅਗਰ ਐਵੇਂ ਦਾ ਕੁਝ ਹੁੰਦਾ ਹੈ ਤਾਂ ਜਿਹੜੇ ਵੈਕਟਰਸ ਹੋਣਗੇ ਉਹ 0 ਨਹੀਂ ਹੋ ਸਕਦੇ। then it cannot contain zero vector। 0 ਕਿਉਂ ਨਹੀਂ ਹੋ ਸਕਦੇ? ਕਿਉਂਕਿ ਜਿਹੜਾ 0 ਬਣਨ ਦਾ ਕਾਰਨ ਹੈ ਉਹ ਤੁਹਾਡੇ ਕੋਲ ਤੁਹਾਡੇ ਸਾਹਮਣੇ ਲੀਨੀਅਰਲੀ ਇੰਡੀਪੈਂਡੈਂਟ ਹੈ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਇੱਥੇ ਜਿਹੜੇ ਤੁਹਾਡੇ ਵੈਕਟਰਸ ਨੇ ਉਹ ਕੀ ਹੋਣਗੇ? ਨॉन ਜ਼ੀਰੋ ਹੋਣਗੇ। ਇਟ ਕਾਂਟ ਕੰਟੇਨ ਜ਼ੀਰੋ ਵੈਕਟਰ। ਠੀਕ ਹੈ, ਚਲੋ ਜੀ ਅੱਗੇ ਚੱਲਦੇ ਹਾਂ। ਨੈਕਸਟ ਵਨ, ਫੋਰਥ ਰਿਜ਼ਲਟ ਦੇ ਉੱਪਰ। ਫੋਰਥ ਰਿਜ਼ਲਟ ਮੈਨੂੰ ਕੀ ਦਿੱਤਾ ਹੋਇਆ ਹੈ? ਐਵਰੀ ਸੁਪਰਸੈਟ। ਹਾਂਜੀ, ਐਵਰੀ superset of a linearly dependent set of vectors is linearly dependent। So I am repeating it
every superset of linear dependent set of vectors is linearly dependent। अगर मेरे कहना मतलब ये है कि मान लो मैंने एक सेट दिता होया है जो कि लीनियरली डिपेंडेंट है। लीनियरली डिपेंडेंट ਦਾ ਮਤਲਬ ਕੀ ਹੈ? ਲੀनियरली डिपेंडेंट ਦਾ ਮਤਲਬ ਇਹ ਹੈ ਕਿ ਇਹ ਜਿਹੜੇ ਐਲੀਮੈਂਟਸ ਨੇ ਇਹ ਮੇਰੇ ਕੋਲੇ ਕੁਛ ਨਾ ਕੁਛ ਨਾਨ ਜ਼ੀਰੋ ਸੋਲੂਸ਼ਨ ਨੇ ਜਿਹੜੇ ਉਹ ਦੇ ਰਹੇ ਹੋਣਗੇ। ਇਹ ਮੇਰੇ ਕੋਲ ਕੁਛ ਨਾ ਕੁਛ ਨਾਨ ਜ਼ੀਰੋ ਸੋਲੂਸ਼ਨ ਨੇ ਜਿਹੜੇ ਉਹ ਦੇ ਰਹੇ ਹੋਣਗੇ। ਹੁਣ ਇਹਨਾਂ ਦਾ ਮੈਂ ਸੁਪਰਸੈਟ ਬਣਾ ਲੈਣੀ ਆ ਜੀ। ਇਹਨਾਂ ਦਾ ਸੁਪਰਸੈਟ ਮਤਲਬ ਇਹ ਸੈੱਟ ਦੇ ਐਲੀਮੈਂਟਸ ਤਾਂ ਮੇਰੇ ਕੋਲ ਹੋਣਗੇ ਹੀ ਹੋਣਗੇ, ਨਾਲ ਕੁਛ ਹੋਰ ਐਲੀਮੈਂਟਸ ਵੀ ਆ ਜਾਣਗੇ। ਤਾਂ ਕਹਿੰਦੇ ਇਹ ਵੀ 110% ਕੀ ਹੋਏਗਾ? ਲੀਨੀਅਰਲੀ ਡਿਪੈਂਡੈਂਟ ਹੀ ਹੋਏਗਾ। ਕਿਉਂ ਹੋਏਗਾ? ਬਹੁਤ ਈਜ਼ੀ ਹੈ ਸਮਝਣਾ। ਕਿਉਂਕਿ ਜਿਹੜੇ ਇਹ ਨੇ ਇਹ ਤਾਂ ਕੰਟੇਨ ਕਰ ਹੀ ਰਹੇ ਨੇ ਨਾ। ਇਹ ਨॉन ਜ਼ੀਰੋ ਵੈਲਿਊਜ਼ ਜੋ ਜ਼ੀਰੋ ਬਣਾ ਰਹੀਆਂ ਸੀ, ਨॉन ਜ਼ੀਰੋ ਵੈਲਿਊਜ਼ ਜਿਹਦੇ ਨਾਲ ਲੀਨੀਅਰ ਕੰਬੀਨੇਸ਼ਨ ਜ਼ੀਰੋ ਹੋ ਰਿਹਾ ਸੀ, ਉਹ ਤਾਂ ਕੰਟੇਨ ਕਰ ਹੀ ਰਹੀਆਂ ਨੇ। ਸੋ ਇਹਨਾਂ ਦੀ ਵਜ੍ਹਾ ਨਾਲ ਇਹ ਵੀ ਕੀ ਹੋਏਗਾ? ਲੀਨੀਅਰਲੀ ਡਿਪੈਂਡੈਂਟ ਹੋਏਗਾ। ਐਕਸਟਰਨਲ ਜਿਹੜੀ ਉਹ ਜ਼ੀਰੋ ਹੋਣ ਨਾ ਹੋਣ, ਉਹ ਇਫੈਕਟ ਘੱਟ ਕਰਨਗੇ। ਉਹ ਇਫੈਕਟ ਘੱਟ ਕਿਉਂ ਕਰਨਗੇ? ਕਿਉਂਕਿ ਜਿਹੜੀਆਂ ਪਿਛਲੀਆਂ ਟਰਮਸ ਨੇ ਉਹ ਤਾਂ ਜ਼ੀਰੋ ਉਸਨੂੰ ਬਣਾ ਹੀ ਰਹੀਆਂ ਨੇ। ਸਮਝ ਰਹੇ ਹੋ ਮੇਰੀ ਗੱਲ? 1 ਮਿੰਟ ਦਾ ਵੇਟ ਕਰੋ, ਜਿਸ ਤੋਂ ਪਹਿਲਾਂ ਕੰਪਿਊਟਰ ਬੰਦ ਹੋ ਜਾਏ। ਕਲੀਅਰ ਹੈ ਜੀ। ਸਿਮਿਲਰਲੀ ਇਹ ਜਿਹੜਾ ਕਿਤੇ ਨਾ ਕਿਤੇ ਕੇਸ ਹੈ ਉਹ ਲੀਨੀਅਰਲੀ ਇੰਡੀਪੈਂਡੈਂਟ ਦੇ ਵਿੱਚ ਵੀ ਲੱਗਦਾ ਹੈ, ਬਟ ਉਹ ਥੋੜਾ ਜਿਹਾ ਉਲਟ ਲੱਗਦਾ ਹੈ। ਕਿਵੇਂ ਲੱਗਦਾ ਹੈ ਦੇਖੋ। ਹਾਂਜੀ, ਉਹ ਕਿਵੇਂ ਲੱਗਦਾ ਹੈ ਦੇਖੋ। ਹੁਣ ਜੇਕਰ ਮੈਂ ਤੁਹਾਨੂੰ ਇੱਥੇ ਲਿਖ ਰਹੀ ਹਾਂ that is any subset of linear independent set of vectors is linearly independent। ਹੁਣ ਇੱਥੇ ਮੇਰੇ ਕੋਲ ਕੀ ਦਿੱਤਾ ਹੋਇਆ ਹੈ ਕਿ ਜੇਕਰ ਮੈਂ linearly independent ਮੈਨੂੰ ਕੋਈ ਵੀ ਇੱਕ ਸੈੱਟ ਦਿੱਤਾ ਹੋਇਆ ਹੈ ਔਰ ਇਹ ਸੈੱਟ ਕੀ ਹੈ? linearly independent ਹੈ, ਮਤਲਬ ਇਸ ਦੇ ਵਿੱਚ ਮੈਨੂੰ ਨਾਨ ਜ਼ੀਰੋ ਸੋਲੂਸ਼ਨ ਹੀ ਮਿਲ ਰਿਹਾ ਹੈ। ਇਹਦੇ ਵਿੱਚ ਕੋਈ ਵੀ ਇਹੋ ਜਿਹੇ ਵੈਕਟਰਸ ਨਹੀਂ ਹੈਗੇ ਜਿਹੜੇ ਮੈਨੂੰ ਨਾਨ ਜ਼ੀਰੋ ਸੋਲੂਸ਼ਨ ਦੇਣਗੇ, ਸੌਰੀ ਨਾਨ ਜ਼ੀਰੋ ਸੋਲੂਸ਼ਨ ਦੇਣਗੇ। ਔਰ ਇਸ ਦੇ ਵਿੱਚ ਮੈਨੂੰ ਕਿਹੜਾ ਸੋਲੂਸ਼ਨ ਮਿਲ ਰਿਹਾ ਹੈ? ਜ਼ੀਰੋ ਸੋਲੂਸ਼ਨ ਹੀ ਮਿਲ ਰਿਹਾ ਹੈ, ਇਕਲੌਤਾ ਸੋਲੂਸ਼ਨ। ਤਾਂ ਹੁਣ ਇਹਦੇ ਵਿੱਚ ਮੈंने ਇੱਕ ਛੋਟਾ ਜਿਹਾ ਹਿੱਸਾ ਲਿਆ, ਇਸ ਦਾ ਇੱਕ ਸਬਸੈਟ ਕੱਢ ਲਿਆ। ਹੁਣ ਇਹ ਸਬਸੈਟ ਵੀ ਤਾਂ ਉਹੀ ਸਾਰੇ ਕਿਤੇ ਨਾ ਕਿਤੇ ਉਸ ਉਹਨਾਂ ਵੈਕਟਰਸ ਤੋਂ ਮਿਲ ਕੇ ਹੀ ਬਣਿਆ। ਹੁਣ ਉਹਨਾਂ ਸਾਰੇ ਵੈਕਟਰਸ ਤੋਂ ਮਿਲ ਕੇ ਹੀ ਬਣਿਆ ਜੋ ਸਾਫ਼-ਸਾਫ਼ ਇਹ ਦੱਸਦਾ ਕਿ ਇਹ ਵੀ ਮੇਰੇ ਕੋਲ ਕੀ ਹੋਣਗੇ? ਜ਼ੀਰੋ ਹੀ ਹੋਣਗੇ। ਤਾਂ ਇਹ ਵੀ ਮੇਰੇ ਕੋਲ ਕੀ ਹੋਏਗਾ? ਮਤਲਬ ਲੀਨੀਅਰਲੀ ਇੰਡੀਪੈਂਡੈਂਟ ਦਾ ਹਰ ਇੱਕ ਹਿੱਸਾ, ਹਰ ਇੱਕ ਸਬਸੈਟ ਲੀਨੀਅਰਲੀ ਇੰਡੀਪੈਂਡੈਂਟ ਹੋਏਗਾ ਔਰ ਲੀਨੀਅਰਲੀ ਡਿਪੈਂਡੈਂਟ ਦਾ ਸੁਪਰਸੈਟ ਲੀਨੀਅਰ ਡਿਪੈਂਡੈਂਟ ਹੋਏਗਾ। ਹੁਣ ਕੁਐਸਚਨ ਰੇਸ ਹੁੰਦਾ ਮੈਮ ਜੇਕਰ ਉਲਟਾ ਕਰ ਦਈਏ ਫਿਰ। ਉਲਟਾ ਕਰ ਦਈਏ, ਕੀ ਉਲਟਾ ਕਰ ਦਈਏ ਜੀ? ਜੇਕਰ ਮੈਂ ਤੁਹਾਨੂੰ ਪੁੱਛ ਲਵਾਂ ਕਿ ਵਟ ਅਬਾਊਟ ਕਿ ਮਤਲਬ ਮੈਨੂੰ ਇੱਕ ਲੀਨੀਅਰ ਇੰਡੀਪੈਂਡੈਂਟ ਸੈੱਟ ਦਿੱਤਾ ਹੋਇਆ ਹੈ ਔਰ ਇਸ ਦਾ ਮੈਂ ਸਬਸੈਟ ਕੱਢ ਲਾਂ। ਸਬਸੈਟ ਤਾਂ ਤੁਸੀਂ ਮੈਨੂੰ ਕੱਢ ਕੇ ਦੱਸਤਾ ਕਿ ਲੀਨੀਅਰ ਇੰਡੀਪੈਂਡੈਂਟ ਹੀ ਹੋਗਾ। ਮੈਮ ਫਿਰ ਜੇਕਰ ਇਸ ਦਾ ਆਪਾਂ ਸੁਪਰਸੈਟ ਦੀ ਗੱਲ ਕਰੀਏ ਉਹਦੇ ਬਾਰੇ ਤੁਸੀਂ ਕੋਈ ਡਿਸਕਸ਼ਨ ਨਹੀਂ ਕੀਤੀ। ਤੇ ਇਸ ਦਾ ਜਿਹੜਾ ਸੁਪਰਸੈਟ ਹੈ ਕੁਝ ਵੀ ਹੋ ਸਕਦਾ ਹੈ। ਇਟ ਕੈਨ ਬੀ ਲੀਨੀਅਰਲੀ ਡਿਪੈਂਡੈਂਟ ਔਰ ਇਟ ਕੈਨ ਬੀ ਲੀਨੀਅਰਲੀ ਇੰਡੀਪੈਂਡੈਂਟ, ਕਿਉਂਕਿ ਇਹਦੇ ਬਾਰੇ ਕੋਈ ਕੰਡੀਸ਼ਨ ਨਹੀਂ ਹੈ। ਇਟ ਕੈਨ ਬੀ ਐਨੀਥਿੰਗ। ਠੀਕ ਹੈ, ਉਹੀ ਸੇਮ ਚੀਜ਼ ਆਪਣੇ ਕੋਲ ਕਿਸ ਦੇ ਵਿੱਚ ਲੱਗਦੀ ਹੈ ਜੀ? ਉਹੀ ਸੇਮ ਚੀਜ਼ ਆਪਣੇ ਕੋਲੇ ਕਿਤੇ ਨਾ ਕਿਤੇ ਡਿਪੈਂਡੈਂਸੀ ਦੇ ਕੇਸ ਦੇ ਵਿੱਚ ਵੀ ਲੱਗਦੀ ਹੈ। ਇਫ ਆਈ ਐਮ ਟਾਕਿੰਗ ਅਬਾਊਟ ਦ ਲੀਨੀਅਰਲੀ ਡਿਪੈਂਡੈਂਟ, ਇਹਦੇ ਜੇਕਰ ਮੈਂ ਸੁਪਰਸੈਟ ਲੈਣੀ ਆ ਤਾਂ ਇਹ ਸੁਪਰਸੈਟ ਮੈਨੂੰ ਕਲੀਅਰ ਹੈ ਕਿ ਉਹ ਲੀਨੀਅਰਲੀ ਡਿਪੈਂਡੈਂਟ ਹੀ ਹੋਏਗਾ। ਪਰ ਅਗਰ ਆਪਾਂ ਗੱਲ ਕਰਦੇ ਹਾਂ ਇਸ ਦੇ ਸਬਸੈਟ ਦੀ ਤਾਂ ਇਸ ਦਾ ਸਬਸੈਟ ਲੀਨੀਅਰਲੀ ਡਿਪੈਂਡੈਂਟ ਵੀ ਹੋ ਸਕਦਾ ਹੈ, ਲੀਨੀਅਰਲੀ ਇੰਡੀਪੈਂਡੈਂਟ ਵੀ ਹੋ ਸਕਦਾ ਹੈ। ਇਟ ਕੈਨ ਬੀ ਐਨੀਥਿੰਗ। ਸਮਝ ਆਇਆ? ਕਲੀਅਰ ਹੋਇਆ? ਇੱਥੇ ਤੱਕ ਕਿਸੇ ਵੀ ਸਾਥੀ ਨੂੰ ਕੋਈ ਡਾਊਟ ਹੈ ਤਾਂ ਬੇਫਿਕਰ ਹੋ ਕੇ ਉਹਨੂੰ ਕਨਫਰਮ ਕਰਕੇ ਪੁੱਛ ਲਓ ਤਾਂ ਕਿ ਆਪਣੇ ਮਾਈਂਡ 'ਚ ਕੋਈ ਡਾਊਟ ਨਾ ਰਹੇ। ਇਹੀ ਜਿਹੜੇ ਕੁਐਸਚਨ ਨੇ ਇਹ ਤੁਹਾਡੇ ਐਗਜ਼ਾਮ ਦੇ ਵਿੱਚ ਆਉਂਦੇ।
ਸੋ ਇਸ ਤੋਂ ਇਲਾਵਾ ਇੱਕ ਹੋਰ ਥਿਊਰਮ ਹੈ ਲੀਨੀਅਰ ਡਿਪੈਂਡੈਂਸੀ ਦਾ ਕੇਸ ਜਿਹੜਾ ਹੈਗਾ ਆਫਟਰ ਦੈਟ ਕੀ ਹੋ ਜਾਏਗਾ ਟੌਪਿਕ ਹੈ ਜਿਹੜਾ ਉਹ ਖਤਮ ਹੋ ਜਾਏਗਾ ਠੀਕ ਹੈ ਸੋ ਇੱਕ ਥਿਊਰਮ ਹੋਰ ਹੈ ਇਸ ਥਿਊਰਮ ਨੂੰ ਕਰਦੇ ਹਾਂ ਤੇ ਇਸ ਤੋਂ ਬਾਅਦ ਜਿਹੜਾ ਇਹ ਟੌਪਿਕ ਆ ਉਹ ਖਤਮ ਹੋ ਜਾਊਗਾ ਆਫਟਰ ਦੈਟ ਜਿਹੜਾ ਆਪਣਾ ਅਗਲਾ ਟੌਪਿਕ ਹੋਏਗਾ ਦੈਟ ਇਜ਼ ਬੇਸਿਸ ਐਂਡ ਡਾਇਮੈਂਸ਼ਨਸ तो ਇਹ ਥਿਊਰਮ ਆਪਾਂ ਨੂੰ ਕੀ ਕਹਿੰਦੀ ਹੈ ਪਹਿਲੀ ਚੀਜ਼ ਕਹਿੰਦੇ ਜੇਕਰ ਤੁਹਾਡੇ ਕੋਲੇ ਪਹਿਲੀ ਗੱਲ ਤਾਂ ਵੈਕਟਰ ਸਪੇਸ ਦਿੱਤਾ ਹੋਇਆ ਓਵਰ ਦ ਫੀਲਡ ਐਫ ਨੋ ਡਾਊਟ ਠੀਕ ਹੈ ਸੋ ਇਹਦੇ ਵਿੱਚ ਪਹਿਲੀ ਚੀਜ਼ ਕਿ ਜੇਕਰ ਤੁਹਾਡਾ ਜਿਹੜਾ ਸਬਸੈਟ ਹੈ ਉਹਦੇ ਵਿੱਚ ਸਿਰਫ ਇੱਕੋ ਹੀ ਐਲੀਮੈਂਟ ਹੈ ਔਰ ਉਹ ਇੱਕੋ ਐਲੀਮੈਂਟ ਹੈ ਜਿਹੜਾ ਦੈਟ ਇਜ਼ ਲੀਨੀਅਰ ਡਿਪੈਂਡੈਂਟ ਹੈ ਇਹ ਸਿਰਫ ਤਾਂ ਹੀ ਪੋਸੀਬਲ ਹੈ ਇਫ ਐਂਡ ਓਨਲੀ if ਤੁਹਾਡਾ ਵੈਕਟਰ ਕੀ ਹੋਊਗਾ ਜ਼ੀਰੋ ਹੁਣ ਤੁਸੀਂ ਕਹੋਗੇ ਮੈਮ ਕਿਵੇਂ ਕਿਵੇਂ ਨਹੀਂ ਪੁੱਛਣਾ ਤੁਸੀਂ ਇਹ ਕਹਿਣਾ ਕਿ ਹਾਂਜੀ ਸਾਨੂੰ ਸਮਝ ਆਇਆ ਕਿਉਂਕਿ ਇਹ ਚੀਜ਼ ਆਪਾਂ ਪਹਿਲਾਂ ਡਿਸਕਸ ਕਰਕੇ ਆਏ ਹਾਂ ਕੀ ਡਿਸਕਸ ਕੀਤਾ ਹੋਇਆ ਦੇਖੋ ਇਹਦੇ ਵਿੱਚ ਸਿੰਗਲਟਨ ਐਲੀਮੈਂਟ ਹੈ ਹੁਣ ਇਹਦਾ ਤੁਸੀਂ ਲੀਨੀਅਰ ਕੰਬੀਨੇਸ਼ਨ ਬਣਾਇਆ ਤੁਹਾਡੇ ਕੋਲ ਲੀਨੀਅਰ ਕੰਬੀਨੇਸ਼ਨ ਇਹ ਬਣ ਗਿਆ ਕਹਿੰਦੇ ਜੇਕਰ ਇਹ ਲੀਨੀਅਰ ਡਿਪੈਂਡੈਂਟ ਹੈ ਲੀਨੀਅਰ ਡਿਪੈਂਡੈਂਟ ਦਾ ਮਤਲਬ ਕੀ ਹੈ ਕਿ ਮੈਨੂੰ ਕੀ ਮਿਲ ਰਹੇ ਨੇ ਨॉन ਜ਼ੀਰੋ ਸੋਲੂਸ਼ਨਸ ਮਿਲ ਰਹੇ ਨੇ ਲੀਨੀਅਰ ਡਿਪੈਂਡੈਂਟ ਦਾ ਮਤਲਬ ਨॉन ਜ਼ੀਰੋ ਸੋਲੂਸ਼ਨ ਮਿਲ ਰਹੇ ਨੇ ਔਰ ਇਹ ਵੈਕਟਰ ਮੈਨੂੰ ਕੀ ਹੈ ਜ਼ੀਰੋ ਦਿੱਤਾ ਹੋਇਆ ਅਗਰ ਇਹ ਵੈਕਟਰ ਜ਼ੀਰੋ ਹੈ ਤਾਂ ਹੀ ਮੈਂ ਕਹਿ ਸਕਦੀ ਹਾਂ ਕਿ ਅਲਫਾ ਦੀ ਵੈਲਿਊ ਜ਼ੀਰੋ ਵੀ ਹੋ ਸਕਦੀ ਹੈ ਔਰ ਅਲਫਾ ਦੀ ਵੈਲਿਊ ਨॉन ਜ਼ੀਰੋ ਵੀ ਹੋ ਸਕਦੀ ਹੈ ਅਗਰ ਵੈਕਟਰ ਜ਼ੀਰੋ ਨਾ ਹੋਵੇ ਫਿਰ ਤਾਂ ਉਸ ਕੇਸ ਦੇ ਵਿੱਚ ਅਲਫਾ ਨੂੰ ਜ਼ੀਰੋ ਹੋਣਾ ਹੀ ਪਏਗਾ ਤਾਂ ਮਤਲਬ ਜੇਕਰ ਤੁਸੀਂ ਕਹਿ ਰਹੇ ਹੋ ਕਿ ਸਿੰਗਲਟਨ ਵਾਲਾ ਲੀਨੀਅਰ ਡਿਪੈਂਡੈਂਟ ਹੈ ਤਾਂ ਉਹ ਤਾਂ ਹੀ ਪੋਸੀਬਲ ਹੈ ਜੇਕਰ ਤੁਹਾਡਾ ਵੈਕਟਰ ਜ਼ੀਰੋ ਹੋਏਗਾ ਅੰਡਰਸਟੈਂਡ ਸੈਕਿੰਡ ਇਸ ਦੇ ਵਿੱਚ ਕੀ ਦਿੱਤਾ ਹੋਇਆ ਹੁਣ ਆਪਾਂ ਆ ਜਾਂਦੇ ਹਾਂ ਦੋ ਦੇ ਮਤਲਬ ਜੇਕਰ ਮੈਨੂੰ ਸੈੱਟ ਦਿੱਤਾ ਹੋਇਆ ਹੈ ਔਰ ਸੈੱਟ ਦੇ ਵਿੱਚ ਦੋ ਵੈਕਟਰਸ ਨੇ ਔਰ ਦੋ ਵੈਕਟਰਸ ਨੂੰ ਆਪਾਂ ਕਹਿ ਰਹੇ ਹਾਂ ਕਿ ਇਹ ਮੇਰੇ ਕੋਲ ਕੀ ਨੇ ਲੀਨੀਅਰਲੀ ਡਿਪੈਂਡੈਂਟ ਨੇ ਹੁਣ ਲੀਨੀਅਰਲੀ ਡਿਪੈਂਡੈਂਟ ਦਾ ਮਤਲਬ ਕੀ ਹੈ ਦੁਬਾਰਾ ਦੱਸ ਰਹੀ ਹਾਂ ਕਿ ਮੇਰੇ ਕੋਲ ਕੋਈ ਨਾ ਕੋਈ ਨॉन ਜ਼ੀਰੋ ਸੋਲੂਸ਼ਨ ਮਿਲ ਰਿਹਾ ਠੀਕ ਹੈ ਤਾਂ ਇਹ ਕਦੋਂ ਪੋਸੀਬਲ ਹੋਏਗਾ ਇਫ ਐਂਡ ਓਨਲੀ ਇਫ ਜਿਹੜੇ ਇਹ ਦੋ ਵੈਕਟਰਸ ਨੇ these two vectors are collinear collinear ਦਾ ਮਤਲਬ ਕੀ ਹੋ ਗਿਆ ਇੱਕ ਲਾਈਨ ਦੇ ਵਿੱਚ ਨੇ ਦੇਖੋ ਹੁਣ ਇਹਨੂੰ ਮੈਂ ਦੁਬਾਰਾ ਤੁਹਾਡੇ ਕੋਲੇ ਜਾਂ ਫਿਰ for one is multiple of other one is multiple of other ਹੁਣ ਇਹਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਐਕਸਪਲੇਨ ਕਰਕੇ ਦੱਸਦੀ ਹਾਂ ਐਜ਼ ਆਈ ਟੋਲਡ ਯੂ ਕਿ ਇਸ ਨੂੰ ਮੈਟ੍ਰਿਸਿਸ ਦੇ ਨਾਲ ਵੀ ਸੋਲਵ ਕੀਤਾ ਜਾ ਸਕਦਾ ਹੈ ਠੀਕ ਹੈ ਹੁਣ ਮੈਂ ਮੈਟ੍ਰਿਸਿਸ ਦੇ ਵਿੱਚ ਅਗਰ ਗੱਲ ਕਰਾਂ 2 ਡੇ ਦੇ ਵਿੱਚ ਅਗਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਕੋਈ ਵੀ ਡੈਰੀਵੇਟਿਵ ਜਿਹੜਾ ਹੈ ਉਹ ਕਰਕੇ 0 ਆ ਰਿਹਾ ਇਹ ਰੈਂਡਮ ਲਿਆ ਹੁਣ ਇਹਨੇ ਕਿਉਂ ਮੈਡਮ ਆ ਨਹੀਂ ਰਿਹਾ ਤਾਂ ਹੁਣ ਇਹਦੇ ਵਿੱਚ ਡੈਰੀਵੇਟਿਵ ਕਰਕੇ 0 ਆ ਰਿਹਾ ਹੁਣ ਡੈਰੀਵੇਟਿਵ ਜਦੋਂ ਕੀਤਾ ਡਿਟਰਮੀਨੈਂਟ ਜਦੋਂ ਕੀਤਾ ਤਾਂ 0 ਆ ਗਿਆ ਤਾਂ ਮਤਲਬ ਇਹ ਲੀਨੀਅਰਲੀ ਡਿਪੈਂਡੈਂਟ ਹੋ ਗਿਆ ਠੀਕ ਹੈ ਹੁਣ ਇਹੀ 0 ਹੋਏਗਾ ਇਟ ਮੀਨਸ ਟੂ ਸੇ ਜਿਹੜੇ ਮੈਨੂੰ ਪੁਆਇੰਟਸ ਦਿੱਤੇ ਹੋਏ ਨੇ ਲਾਈਕ 2 1 ਜਾਂ 3 2 ਜਿਹੜੇ ਵੀ ਪੁਆਇੰਟਸ ਦਿੱਤੇ ਹੋਏ ਨੇ ਇਹ ਮੇਰੇ ਕੋਲ ਕੀ ਨੇ ਕੋਲੀਨੀਅਰ ਨੇ ਜਾਂ ਫਿਰ ਇੱਕ ਦੂਜੇ ਦਾ ਮਲਟੀਪਲ ਹੈ ਜਿਸ ਨੂੰ ਆਪਾਂ ਪਹਿਲੇ ਵੀ ਬੋਲਦੇ ਆ ਹਨਾ ਤੇ ਯਾਦ ਹੋਵੇ ਆਪਾਂ ਵੈਕਟਰਸ ਦੇ ਚੈਪਟਰਸ ਦੇ ਵਿੱਚ ਕੀਤਾ ਸੀ ਕਿ whenever we want to prove ਕਿ ਮੇਰੇ ਪੁਆਇੰਟਸ ਕੋਲੀਨੀਅਰ ਨੇ ਜਾਂ ਇੱਕ ਦੂਜੇ ਦੇ ਮਤਲਬ ਮਲਟੀਪਲ ਨੇ ਤਾਂ ਉੱਥੇ ਆਪਾਂ ਕੀ ਕਰਦੇ ਹਾਂ ਡਿਟਰਮੀਨੈਂਟ ਇਕੁਅਲ ਟੂ 0 ਕਰ ਦਿੰਦੇ ਹਾਂ ਕੋਲੀਨੀਅਰ ਦਾ ਮਤਲਬ ਕੀ ਹੁੰਦਾ ਹੈ ਕੋਲੀਨੀਅਰ ਦਾ ਮਤਲਬ ਹੁੰਦਾ ਹੈ ਇੱਕ ਪੁਆਇੰਟ ਤੇ ਦੂਸਰੇ ਪੁਆਇੰਟ ਦੋਨੋਂ ਸੇਮ ਲਾਈਨ ਦੇ ਵਿੱਚ ਨੇ ਅਗਰ ਉਹ ਦੋਨੋਂ ਸੇਮ ਲਾਈਨ ਦੇ ਵਿੱਚ ਨੇ then they has infinite many solutions और इनफिनाइट मैनी सोल्यूशन अपने को किहदा केस है लीनियर डिपेंडेंसी ਦਾ ਹੀ ਕੇਸ ਹੈ ਪਿੱਛੇ ਆਪਾਂ ਇਸ ਨੂੰ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਐਕਸਪਲੇਨ ਕੀਤਾ ਹੋਇਆ am I right ਅੱਗੇ ਹੁਣ ਥੋੜਾ ਜਿਹਾ ਅੱਗੇ ਚੱਲਦੇ ਹਾਂ ਦੋ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਤਿੰਨ ਦੀ ਕਿ ਜੇਕਰ ਮੇਰੇ ਕੋਲ 3 ਜਿਹੜੇ ਸੋਲੂਸ਼ਨਸ ਨੇ ਉਹ ਮਤਲਬ 3 ਜਿਹੜੇ ਵੈਕਟਰ ਨੇ ਉਹ ਦਿੱਤੇ ਹੋਏ ਨੇ ਮਤਲਬ v1 v2 and v3 ਸੋ ਇਸ ਕੇਸ ਦੇ ਵਿੱਚ ਕੀ ਕਰਨਾ ਹੈ ਇਸ ਕੇਸ ਦੇ ਵਿੱਚ if and only if ਜੇਕਰ ਆਪਾਂ ਕਹੀਏ ਇਹ ਤਾਂ ਹੀ ਪੋਸੀਬਲ ਹੈ is linear dependent ਤੇ ਤਾਂ ਹੀ ਪੋਸੀਬਲ ਹੈ if and only if ਜਿਹੜੇ ਤਿੰਨੋਂ ਵੈਕਟਰਸ ਨੇ ਇਹ ਤਿੰਨੋਂ ਵੈਕਟਰਸ ਕੀ ਹੋਣਗੇ ਕੋਪਲੇਨਰ ਹੋਣਗੇ are coplanar are coplanar if and only if ਜਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ or one is a linear combination of other two ਗੱਲ ਇੱਕੋ ਹੀ ਹੈ ਬਸ ਉਹ 2 ਦੀ ਜਗ੍ਹਾ ਦੇ ਉੱਪਰ 3 ਦੇ ਵਿੱਚ ਆ ਗਿਆ 2 ਦੇ ਵਿੱਚ ਕੋਲੀਨੀਅਰ ਹੁੰਦਾ ਤੇ 3 ਦੇ ਵਿੱਚ ਕੀ ਹੁੰਦਾ ਹੈ ਆਪਣੇ ਕੋਲੇ ਕੋਪਲੇਨਰ ਹੁੰਦਾ ਹੈ ਕੋਪਲੇਨਰ ਨੂੰ ਆਪਾਂ ਕਿਵੇਂ ਪ੍ਰੂਫ ਕਰਦੇ ਹਾਂ ਡਿਟਰਮੀਨੈਂਟ ਇਕੁਅਲ ਟੂ 0 ਕਰਕੇ ਰਾਈਟ ਤਾਂ ਉਹੀ ਚੀਜ਼ ਇੱਥੇ ਆਪਾਂ ਸਿੱਖੀ ਹੈ ਕਲੀਅਰ ਹੈ ਜੀ ਸੋ ਦਿਸ ਇਜ਼ ਦ ਟੌਪਿਕ ਲੀਨੀਅਰ ਡਿਪੈਂਡੈਂਸੀ ਲੀਨੀਅਰ ਡਿਪੈਂਡੈਂਟ ਵੀ ਹੋ ਗਿਆ ਲੀਨੀਅਰ ਇੰਡੀਪੈਂਡੈਂਟ ਵੀ ਹੋ ਗਿਆ ਇਹਨੂੰ ਤੁਸੀਂ ਹਮੇਸ਼ਾ ਸੋਲਵ ਕਿਹਦੇ ਨਾਲ ਕਰਨਾ ਹੈ ਅਗਰ ਸੇਮ ਨੰਬਰ ਆਫ ਆਉਂਦੇ ਹੈ ਤਾਂ ਤੁਸੀਂ ਡਿਟਰਮੀਨੈਂਟ ਦੇ ਨਾਲ ਹੀ ਸੋਲਵ ਕਰਨਾ ਠੀਕ ਹੈ ਚਲੋ ਇਹ ਤੁਹਾਡਾ ਜਿਹੜਾ ਫਰਸਟ ਟੌਪਿਕ ਹੈ ਅੱਛਾ ਖਾਸਾ ਟੌਪਿਕ ਹੈ ਉਹ ਕਲੀਅਰ ਹੁੰਦਾ ਹੈ ਨੈਕਸਟ ਜਿਹੜਾ ਟੌਪਿਕ ਹੈ ਉਹ ਤੁਹਾਡਾ ਹੈਗਾ ਬੇਸਿਸ ਐਂਡ ਡਾਇਮੈਂਸ਼ਨਸ ਤੁਹਾਡਾ ਸੈਕੰਡ ਚੈਪਟਰ ਬੁੱਕ ਦਾ which is basis and dimensions
नाउ वी आर टॉकिंग अबाउट द बेसिस फर्स्ट। बेसिस की ਹੁੰਦੇ ਆ, ਠੀਕ ਹੈ। ਸੋ ਇਸ ਕਲਾਸ ਦੇ ਵਿੱਚ ਬੇਸਿਸ ਨੂੰ ਸਮਝਦੇ ਆ, ਡਾਇਮੈਂਸ਼ਨਸ ਦੇ ਬਾਰੇ ਦੇਖਦੇ ਆ। ਜੇ ਸਮਾਂ ਬਚਿਆ ਤਾਂ ਜ਼ਰੂਰ ਗੱਲ ਕਰਾਂਗੇ। ਬੇਸਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਸਿੰਪਲ ਵਰਡਸ ਦੇ ਵਿੱਚ ਦੱਸ ਦਿੰਦੀ ਹਾਂ। ਮੈਨੇ ਕੀ ਕੀਤਾ, ਪਹਿਲਾਂ ਆਪਾਂ ਬਿਲਕੁਲ ਸਿੰਪਲੀ ਸਮਝਦੇ ਹਾਂ, ਕੋਈ ਵੀ ਕਨਫਿਊਜ਼ਨ ਆਪਣੇ ਮਾਈਂਡ ਦੇ ਵਿੱਚ ਲੈ ਕੇ ਨਹੀਂ ਚੱਲਣੀ। ਦੇਖੋ, ਮੰਨ ਲਓ ਮੈਨੂੰ ਕੀ ਦਿੱਤਾ ਹੋਇਆ, ਇੱਕ ਵੈਕਟਰ ਸਪੇਸ ਦਿੱਤਾ ਹੋਇਆ ਓਵਰ ਦ ਫੀਲਡ F, ਠੀਕ ਹੈ। ਇਸ ਵੈਕਟਰ ਸਪੇਸ ਨੂੰ ਮੈਂ ਬੇਸਿਸ ਕਹਿਣਾ ਸ਼ੁਰੂ ਕਰ ਦਿੰਦੀ ਹਾਂ। ਤੁਸੀਂ ਕਹੋਗੇ ਮੈਮ ਆਪਣੀ ਮਰਜ਼ੀ ਨਾਲ ਕਿਵੇਂ? ਨਹੀਂ, ਆਪਣੀ ਮਰਜ਼ੀ ਨਾਲ ਨਹੀਂ ਕਹਿ ਰਹੀ। ਕੁਝ ਕੰਡੀਸ਼ਨਸ ਨੇ ਜਿਹੜੀਆਂ ਮੈਨੂੰ ਚਾਹੀਦੀਆਂ ਨੇ ਵੈਕਟਰ ਸਪੇਸ ਨੂੰ ਬੇਸਿਸ ਕਹਿਣ ਵਾਸਤੇ, ਠੀਕ ਹੈ। ਹੁਣ ਇਹ ਵੈਕਟਰ ਸਪੇਸ ਬੇਸਿਸ ਹੈ ਇਫ ਐਂਡ ਓਨਲੀ ਇਫ ਇਹ ਕਿਹੜੀਆਂ ਕੰਡੀਸ਼ਨਸ ਨੂੰ ਫੁੱਲਫਿਲ ਕਰ ਪਾ ਰਿਹਾ। पहली कंडीशन, P is linearly dependent set, sorry independent set। करेक्ट कर दिया आप, बहुत बड़ी मिस्टेक हो जाती है इतने, that is linearly independent, linearly independent set। now most of the ਜਿਹੜੇ would be teachers ਨੇ ਉਹ ਸੋਚਣਗੇ ਵੀ B ਕਿੱਥੋਂ ਆ ਗਿਆ। ਸੋ ਇਹ ਵੀ ਮੈਂ ਤੁਹਾਨੂੰ ਮੈਂਸ਼ਨ ਕਰਦਾ, B is subset of B कैपिटल, ठीक है। सो ये ਜਿਹੜਾ B मैंने एक सैट लिया कैपिटल B ਦਾ, ਤੇ ਇਹ ਜਿਹੜਾ ਸੈੱਟ ਹੈ ਇਹ ਮੇਰੇ ਕੋਲ ਕੀ ਹੈ, ਵੈਕਟਰ ਸਪੇਸ ਦਾ ਇੱਕ ਸੈੱਟ ਹੈ, ਤੇ ਇਹ ਜਾਂ ਤਾਂ ਡਿਪੈਂਡੈਂਟ ਹੋਏਗਾ ਜਾਂ ਲੀਨੀਅਰਲੀ ਇੰਡੀਪੈਂਡੈਂਟ ਹੋਏਗਾ। ਤਾਂ ਮੇਰੇ ਕੋਲ ਪਹਿਲੀ ਗੱਲ ਤਾਂ ਜਿਹੜਾ ਇਹ ਸੈੱਟ ਹੈ ਉਹ ਕੀ ਹੋਣਾ ਚਾਹੀਦਾ ਹੈ, ਲੀਨੀਅਰਲੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਸੈਕੰਡ ਕੰਡੀਸ਼ਨ ਕੀ ਹੈ, ਸੈਕੰਡ ਕੰਡੀਸ਼ਨ ਇਹ ਹੈ ਕਿ ਜਦੋਂ ਮੈंने ਲੀਨੀਅਰ ਸਪੇਨ ਕੱਢਿਆ, B ਦਾ ਲੀਨੀਅਰ ਸਪੇਨ ਕੱਢਿਆ, ਉਹ ਵਾਪਸ B ਦੇ ਇਕੁਅਲ ਆਣਾ ਚਾਹੀਦਾ ਹੈ। ਇਨ ਸਿੰਪਲ ਵਰਡਸ P जनरेट करना चाहिए, P जनरेट्स B। ਤੁਹਾਨੂੰ ਯਾਦ ਹੈ ਲੀਨੀਅਰ ਸਪੇਨ ਪੜਿਆ ਸੀ, ਲੀਨੀਅਰ ਸਪੇਨ ਦੇ ਵਿੱਚ ਮੈਂ ਤੁਹਾਨੂੰ ਕੀ ਸਮਝਾਇਆ ਸੀ ਕਿ ਪੂਰਾ ਸੈੱਟ ਹੈ ਜਿਹੜਾ ਉਹ ਜਨਰੇਟ ਕੀਤਾ ਜਾ ਸਕਦਾ ਲੀਨੀਅਰ ਸਪੇਨ। ਯਾਦ ਹੈ ਜਾਂ ਨਹੀਂ? ਜੇ ਨਹੀਂ ਯਾਦ ਤਾਂ ਕੋਈ ਗੱਲ ਨਹੀਂ, ਆਪਾਂ ਇਸ ਨੂੰ ਥੋੜਾ ਜਿਹਾ ਬਰੀਫਲੀ ਸਮਝਦੇ ਹਾਂ ਇੱਕ ਟੇਬਲ ਦੀ ਹੈਲਪ ਦੇ ਨਾਲ, ਤੇ ਚੈੱਕ ਕਰਦੇ ਹਾਂ ਕਿ ਹਾਊ ਵੀ ਕੈਨ ਫਾਈਂਡ ਬੇਸਿਸ, ਜਾਂ ਫਿਰ ਆਪਾਂ ਬੇਸਿਸ ਨੂੰ ਚੈੱਕ ਕਿਵੇਂ ਕਰ ਸਕਦੇ ਹਾਂ ਵੀ ਹੈਗਾ ਜਾਂ ਨਹੀਂ, ਠੀਕ ਹੈ। ਇਹਦਾ ਪ੍ਰੋਸੀਜਰ ਕੀ ਹੈ, ਹੁਣ ਜੇਕਰ ਮੈਂ ਤੁਹਾਨੂੰ ਕਹਾਂ पहला प्रोसीजर की गल करते हैं, फिर एग्जांपल की भी कर लांगे, ठीक है। तो सब तो पहला तो मैनू कोई दिता होगा वैक्टर स्पेस दिता होगा, वैक्टर स्पेस का एक मैनू B सैट भी दिता होगा, B मेरे को की है सबसेट है, ये भी मैं तुहानू दसदा। मैनू वैक्टर स्पेस का B सबसेट भी दिता होगा, ठीक है। हुण मैंने चेक करना है कि जेड़ा B है वो लीनियरली डिपेंडेंट है ਜਾਂ ਲੀਨੀਅਰਲੀ ਇੰਡੀਪੈਂਡੈਂਟ ਹੈ। ਸਭ ਤੋਂ ਪਹਿਲੀ ਗੱਲ ਮੈंने ਇਹੀ ਚੈੱਕ ਕਰਨੀ ਹੈ ਕਿ ਇਹ ਮੇਰੇ ਕੋਲ ਲੀਨੀਅਰਲੀ ਡਿਪੈਂਡੈਂਟ ਹੈ ਜਾਂ ਇੰਡੀਪੈਂਡੈਂਟ ਹੈ। अगर डिपेंडेंट है कहानी खत्म, ये बेसिस है ही नहीं, क्योंकि कंडीशन की मंगती है, कंडीशन मंगती है कि लीनियरली इंडिपेंडेंट हो। अगर इंडिपेंडेंट आ जाता है फिर आप थोड़ा जा अगे बढ़ांगे, फिर आप फाइंड करांगे इससे लीनियर स्पेन। हुण ये ना कहियो मैम लीनियर स्पेन किवें फाइंड करने हैं, देखो ये गलत गल हो जानी है, मैं सारा कुछ सीखिया होया है, लीनियर स्पेन फाइंड करने भी सीखे हुए ने, ठीक है। हुण जदों आपां लीनियर स्पेन फाइंड कीते तां उत्थे आपां फिर दो चीज़ां चेक करनियां ने कि जेड़ा मेरा लीनियर स्पेन है कि वो वापस B दे इक्वल आ गया, ਜਾਂ ਫਿਰ ਜਿਹੜਾ ਮੇਰਾ ਲੀਨੀਅਰ ਸਪੇਨ ਹੈ ਉਹ B ਦੇ ਇਕੁਅਲ ਨਹੀਂ ਆਇਆ। ਅਗਰ ਨਹੀਂ ਆਇਆ ਤਾਂ ਕਹਾਣੀ ਖਤਮ ਹੈ, ਬਟ ਅਗਰ ਇਹ ਵਾਪਸ B ਦੇ ਇਕੁਅਲ ਆ ਗਿਆ then you can say that ਕਿ ਜਿਹੜਾ ਮੇਰਾ B ਹੈ ਇਹ ਕੀ ਹੈ, is basis of B। ਸਮਝ ਆਇਆ, ਕਲੀਅਰ ਹੋਇਆ। ਹੁਣ ਇਹਨੂੰ ਇੱਕ ਐਗਜ਼ਾਮਪਲ ਨਾਲ ਕਰਦੇ ਆ। ਫੋਰ ਐਗਜ਼ਾਮਪਲ ਸਭ ਤੋਂ ਪਹਿਲਾਂ ਮੈਨੂੰ ਐਗਜ਼ਾਮਪਲ ਦਿੱਤੀ ਹੋਈ ਹੈ ਕਿ B ਮੈਨੂੰ ਬੇਸਿਸ ਦਿੱਤੇ ਹੋਏ ਨੇ, that is 1 0 and 0 1, ठीक है जी, क्लियर है। ये मैंने बेसिस दिते हुए ने। हुण ये ਜਿਹੜੇ बेसिस ਦਿੱਤੇ ਹੋਏ ਨੇ ਉਸ ਤੋਂ ਥੋੜਾ ਜਿਹਾ ਅੱਗੇ ਵਧਦੇ ਆ। ਸਭ ਤੋਂ ਪਹਿਲਾ ਸਟੈਪ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ B ਮੈਨੂੰ सबसेट ਦਿੱਤਾ ਹੋਊਗਾ, ਬਿਲਕੁਲ ਮੈਨੂੰ गिवन है। फिर ਆਪਾਂ ਕਹਿ ਸੀ ਕਿ ਲੀਨੀਅਰਲੀ ਡਿਪੈਂਡੈਂਟ ਜਾਂ ਇੰਡੀਪੈਂਡੈਂਟ मैंने चेक करना है कि मेरे को लीनियरली डिपेंडेंट है ਜਾਂ ਲੀਨੀਅਰਲੀ ਇੰਡੀਪੈਂਡੈਂਟ ਹੈ। ਤਾਂ ਉਹ ਮੈਂ ਤੁਹਾਨੂੰ ਤਰੀਕਾ ਸਿਖਾਇਆ ਹੋਇਆ, ਕਿਵੇਂ ਸਿਖਾਇਆ ਹੋਇਆ, 2/2 ਹੈ ਤਾਂ ਡਿਟਰਮੀਨੈਂਟ ਕੱਢ ਲਓ 1 0 0 1 as I can see कि मेरे को की है जो डिटरमिनेंट नॉट इक्वल टू 0 आ रहा है, मतलब 1 आ रहा है which is not equal to 0। तो मतलब मैनू अगे सॉल्व करना पड़ेगा, जेड़ा मेरा अगला स्टेप है वो मेरे को की है ਉਹਨੂੰ फाइंड करना, लीनियर स्पेन ਨੂੰ फाइंड करना है ना। तो लीनियर स्पेन ਨੂੰ फाइंड ਕਰਨ ਦੇ ਲਈ ਆਪਾਂ ਕੀ ਕਰਦੇ ਹੁੰਦੇ ਸੀ, ਕੰਬੀਨੇਸ਼ਨ ਬਣਾਉਂਦੇ ਹੁੰਦੇ ਸੀ, ਲੀनियर ਕੰਬੀਨੇਸ਼ਨ। तो बना लेते हैं जी लीनियर कॉम्बिनेशन। सो अल्फा इंटू 1 0 प्लस बीटा इंटू 0 1 दैट इज इक्वल टू 0 अल्फा 0। इन्ना तो मैं ਤੁਹਾਡੇ ਵਾਸਤੇ ਲਿਖ ਰਹੀ ਹਾਂ ਪੇਪਰ 'ਚ, ਮੈਂ ਉਮੀਦ ਨਹੀਂ ਕਰਦੀ ਕਿ ਤੁਸੀਂ ਇਹਨਾਂ ਰਿਟਨ ਦੇ ਵਿੱਚ ਕੰਮ ਕਰੋਗੇ, ਮਾਈਂਡ ਦੇ ਵਿੱਚ ਫਟਾਫਟ ਕੰਮ ਕਰਕੇ ਤੁਸੀਂ ਇਸ ਨੂੰ ਸੋਲਵ ਕਰਨਾ ਹੈ, ठीक है। ਇੱਥੇ 0 0 ਲੈ ਕੇ ਚੱਲਾਂਗੇ। ਹੁਣ ਦੇਖੋ वेरी क्लियर कि मेरे को अल्फा की वैल्यू की है 0 आई है और बीटा की वैल्यू की है 0 आई है, मतलब ये मेरे को की आ गया
ਐਵੇਂ ਦਾ ਕੋਈ ਨॉन ਜ਼ੀरो ਸੋਲੂਸ਼ਨ ਤਾਂ ਮੈਨੂੰ ਮਿਲਿਆ ਨਹੀਂ ਜੋ ਮੈਨੂੰ ਚਾਹੀਦਾ ਸੀ, ਤਾਂ ਇਹ ਮੇਰੇ ਕੋਲ ਕੀ ਆ ਗਿਆ, ਲੀਨੀਅਰਲੀ ਇੰਡੀਪੈਂਡੈਂਟ ਆ ਗਿਆ। ਇਫ ਦਿਸ ਇਜ਼ ਆਲਸੋ ਲੀਨੀਅਰਲੀ ਇੰਡੀਪੈਂਡੈਂਟ, ਸੌਰੀ ਲੀਨੀਅਰਲੀ ਇੰਡੀਪੈਂਡੈਂਟ ਦੀ ਗੱਲ ਕਰੀ ਜਾਂਦੀ ਆ ਮੈਂ, ਇੱਥੇ ਕੀ ਹੋ ਰਿਹਾ, ਜਨਰੇਟ ਹੋ ਰਿਹਾ। ਕਿਵੇਂ ਜਨਰੇਟ ਹੋ ਰਿਹਾ, ਚਲੋ ਤੇ ਮੈਂ ਦੁਬਾਰਾ ਸੌਰੀ ਉਹੀ ਕਰਤਾ, ਜਨਰੇਟ ਹੋ ਰਿਹਾ ਕਿਉਂਕਿ ਇੱਥੇ ਅਲਫਾ ਬੀਟਾ ਆ ਗਿਆ ਮੇਰੇ ਕੋਲ, ਠੀਕ ਹੈ। ਹੁਣ ਅਲਫਾ ਬੀਟਾ ਇਹਦੇ ਤੋਂ ਮੈंने ਲੀਨੀਅਰ ਸਪੇਨ ਬਣਾਉਣਾ ਹੈ, ਲੀਨੀਅਰ ਸਪੇਨ ਬਣਾਵਾਂਗੇ ਤਾਂ ਹੁਣ ਇਹ ਵੀ ਰੀਅਲ ਨੰਬਰ ਹੈ, ਇਹ ਵੀ ਰੀਅਲ ਨੰਬਰ ਹੈ, ਮੈਂ ਕੁਝ ਵੀ ਪੁੱਟ ਕਰ ਸਕਦੀ ਹਾਂ। ਇਟ ਕੈਨ ਬੀ 0, ਇਟ ਕੈਨ ਨਾਟ ਬੀ 0। ਹੁਣ ਇੱਥੇ ਮੈਂ ਪੁੱਟ ਕਰ ਸਕਦੀ ਦੈਟ ਇਜ਼ 1 0, ਇੱਥੇ ਮੈਂ ਪੁੱਟ ਕਰ ਸਕਦੀ ਹਾਂ 0 1, ਤਾਂ ਮੇਰੇ ਕੋਲ ਵਾਪਸ ਜਿਹੜਾ v ਸੈਟ ਹੈ ਉਹ ਜਨਰੇਟ ਹੋ ਚੁੱਕਾ ਹੈ, ਤਾਂ v ਹੋਇਆ ਜਿਹੜਾ ਕੈਪੀਟਲ b ਹੈ ਰੀਅਲ ਨੰਬਰ ਵਾਲਾ ਉਹ ਵੀ ਜਨਰੇਟ ਹੋ ਜਾਊਗਾ। ਤਾਂ ਮਤਲਬ ਮੇਰੇ ਕੋਲ ਕੀ ਹੋ ਰਿਹਾ ਹੈ, ਜਨਰੇਟ ਕਰ ਰਿਹਾ, ਤਾਂ ਮਤਲਬ ਇਹ ਮੇਰੇ ਕੋਲ ਕਿਹਦੇ ਕੋਲ ਹੈ, ਬੇਸਿਸ ਹੈਗਾ b ਦਾ। ਸਮਝ ਆਈ ਜਾਂ ਨਹੀਂ? ਸੋ ਦਿਸ ਇਜ਼ योर ਟੁਡੇਜ਼ ਟੌਪਿਕ, ਜਿਸ ਦੇ ਵਿੱਚ ਆਪਾਂ ਕਾਫੀ ਅੱਛਾ ਖਾਸਾ ਸਮਝਿਆ। ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਡਾਇਮੈਂਸ਼ਨਸ ਨੂੰ ਸਮਝਣ ਦੀ, ਡਾਇਮੈਂਸ਼ਨਸ ਦੇ ਰਿਜ਼ਲਟ ਜੋ ਵੀ ਚੀਜ਼ਾਂ ਹੋਣਗੀਆਂ ਉਹਨਾਂ ਸਾਰਿਆਂ ਨੂੰ ਡਿਸਕਸ ਕਰਾਂਗੇ। ਐਂਡ ਇਹ ਵੀ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਕਲਾਸ ਹੈ ਉਹ ਬਹੁਤ ਵਧੀਆ ਲੱਗੀ ਹੋਊਗੀ, ਪਸੰਦ ਆਈ ਹੋਊਗੀ। ਜੇ ਪਸੰਦ ਆਈ ਹੈ ਤਾਂ ਪਲੀਜ਼ ਕੀਪ ਇਟ ਸ਼ੇਅਰਿੰਗ, ਤੇ ਮੈਕਸਿਮਮ ਸ਼ੇਅਰ ਕਰ ਦਿਓ, ਠੀਕ ਹੈ ਜੀ। ਰਿਵਿਊ ਜ਼ਰੂਰ ਦੇ ਦੇਣਾ ਆਪਣੇ। ਧੰਨਵਾਦ ਸਾਰਿਆਂ ਦਾ।